ਤੁਸੀਂ ਦੇਖ ਰਹੇ ਹੋ ਪੰਜਾਬ ਲਾਈਵ ਟੀਵੀ ਔਰ ਦੋਸਤੋ ਮੈਂ ਸੁਖਾ ਬਸ਼ਰ ਅੱਜ ਪੰਜਾਬ ਲਾਈਵ ਟੀਵੀ ਦੀ ਟੀਮ ਜਿਹੜੀ ਪਹੁੰਚੀ ਹੈਗੀ ਆ ਜੀ ਦਰਬਾਰ ਮੰਡਾਰੀ ਸ਼ਰੀਫ ਚੱਕ ਝੰਡੂ ਦੇ ਵਿੱਚ ਜਿੱਥੇ ਕਿ ਬਹੁਤ ਵੱਡੇ ਪੱਧਰ ਤੇ ਅੱਜ ਵਿਸ਼ਵ ਸੂਫੀ ਸੰਤ ਸਮਾਜ ਔਰ ਫਕੀਰ ਸਭਾ ਪੰਜਾਬ ਦੇ ਵੱਲੋਂ ਇੱਕ ਬਹੁਤ ਵੱਡੀ ਮੀਟਿੰਗ ਕੀਤੀ ਜਾ ਰਹੀ ਆ। ਇਸ ਮੀਟਿੰਗ ਦੇ ਮੁੱਦੇ ਕਿਹੜੇ ਹੋਣਗੇ ਉਹ ਮੁੱਦਿਆਂ ਤੇ ਵੀ ਗੱਲ ਹੋਏਗੀ ਔਰ ਬਹੁਤ ਵੱਡੀਆਂ ਮਾਣਯੋਗ ਜਿਹੜੀਆਂ ਸ਼ਖਸੀਅਤਾਂ ਪੰਜਾਬ ਲੈਵਲ ਦੀਆਂ ਨਹੀਂ ਬਲਕਿ ਆਪਾਂ ਕਹਿ ਸਕਦੇ ਇੰਡੀਆ ਲੈਵਲ ਦੀਆਂ ਜਿਹੜੀਆਂ ਸ਼ਖਸੀਅਤਾਂ ਇੱਥੇ ਪਹੁੰਚੀਆਂ ਹੈਗੀਆਂ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਪੁੱਛਾਂਗੇ ਕਿ ਇਹ ਜਿਹੜੀ ਮੀਟਿੰਗ ਆ ਕਿਹਨਾਂ ਮੁੱਦਿਆਂ ਨੂੰ ਲੈ ਕੇ ਕਿਹਨਾਂ ਮਸਲਿਆਂ ਨੂੰ ਲੈ ਕੇ ਮੀਟਿੰਗ ਰੱਖੀ ਗਈ ਆ। ਸੋ ਗੱਲਬਾਤ ਕਰਦੇ ਆ ਜਿਹੜੀ ਇੱਥੇ ਮਾਇਨਾਰ ਸ਼ਖਸੀਅਤਾਂ ਪਹੁੰਚੀ ਉਹਨਾਂ ਨਾਲ ਗੱਲਬਾਤ ਕਰਦੇ ਆ ਰਾਬਤਾ ਕਾਇਮ ਕਰਦੇ ਆ ਔਰ ਇਹ ਮੀਟਿੰਗ ਦਾ ਮੁੱਦਾ ਕੀ ਆ और की लोड़ पई कि विश्व सूफी संत समाज और फकीर सभा नूं इकट्ठे नूं ये मीटिंग रखनी पई। गलबात करते हैं फकीर सभा और सूफी समाज के लोगों नाल। मैनेजमेंट वालों बड़ा स्वागत है। तो जिमें कि 3-4 दिन तो अखबार में भी आया है और सोशल मीडिया से भी पाया गया है कि बहुत करीब पाक पवित्र दरबार मंडारी शरीफ पिंड चक झंडू भोगो जिसे खड़े हैं इस स्थान से एक सूफी फकीरां का इजलास रखा गया सी जिहदे विच अज तमाम वख-वख डेरियां तो लोग इत्थे इकट्ठे होए आ सभा नाल भी जुड़े हुए हैं। सो साडी मीडिया तो जो कि दरबारी मीडिया मैं कह सकता पंजाब लाइव वख-वख डेरियां ते मुतलबी सेवा करते आए जिन्होंने बड़े बड़े मेलिया मूल साध संगत घर बैठे दिखाया। पंजाब लाइव तो साडे जी सुखा बशर जी और साडे खालसा जी भी नाल आए ने ते होर उन्हां दी पूरी मैनेजमेंट इत्थे आई ने इन्हां दी टीम नूं इत्थे पहुंचण दी स्वागत करते हैं। और अज दी इस विशेष मीटिंग का आगाज असीं करिए कि मैं कुछ मसलियां उत्ते गल नूं शुरू करते हुए वक्त फकीरां को आप बनाना शुरू करेंगे क्योंकि अज की मीटिंग का जो साडा खास एजेंडा है कि जो डेरियां के पूरे पंजाब भर में किसी तरह की समस्या आ सकती है। पहला तो साधन दोस्तों को बजे प्यार उन्होंने प्यार सब चाहिए उन्होंने बच्चे हैं छोटे जे संत मामू ये साढ़े मामू होया उन्होंने भी सानू बहुत प्यार चाहिए। दसिया सलीम जी ने जो फकीर सभा मैं सब तो पहले शुरू करता गल फकीर सभा जो साढ़े बुजुर्ग 30-32 साल तो उन्होंने जुड़े हैं जाकर मैं नाम नहीं लेना चाहता साईं जाकर शाह जी साढ़े बजुर्ग माता पिता
ਸਾਡਾ ਵੀਰ ਕਾਲੂ ਆ ਥੋੜ੍ਹਾ ਜਿਹਾ ਜਦੋਂ ਇਹ ਜੁੜੇ ਆ ਇਹ ਦੱਸਣਾ ਚਾਹੁੰਦੇ ਕਿ ਫਕੀਰ ਸਾਹਿਬ ਬਾਰੇ ਗੱਲ ਕੀਤੀ ਸੁਲਤਾਨੀ ਜੀ ਨੇ। ਫਕੀਰ ਸਾਹਿਬ ਦੇ ਵਿੱਚ ਅਸੀਂ ਸਾਰੇ ਜਾਣ ਸੀ ਉਸ ਟਾਈਮ ਜੋ ਕਿ ਸਾਡੇ ਏਰੀਏ ਦੇ ਸੰਤ ਮਹਾਂਪੁਰਸ਼ ਸੀਗੇ, ਬਾਬਾ ਸਿੰਧ ਜੀ ਸੀ, ਬੁੱਟਰ ਜੀ ਸੀ, ਸਾਡੇ ਹੋਰ ਵੀ ਮਹਾਂਪੁਰਸ਼ ਸੀਗੇ ਸਾਰੇ। ਅਸੀਂ ਇੱਕ ਸਭਾ ਬਣਾਈ ਸੀ, ਬਹੁਤ ਵਧੀਆ ਸਭਾ ਚੱਲੀ ਅੱਜ ਤੱਕ। ਜਿੱਦਾਂ ਇਹਨਾਂ ਨੇ ਦੱਸਿਆ ਸਭਾਵਾਂ ਆਉਂਦੀਆਂ ਰਹਿੰਦੀਆਂ ਜਾਂਦੀਆਂ ਰਹਿੰਦੀਆਂ, ਸਭਾਵਾਂ ਜ਼ਰੂਰ ਜਾਂਦੀਆਂ ਆਉਂਦੀਆਂ, ਪਰ ਸਭਾਵਾਂ ਦੇ ਜਿਹੜੇ ਜਿਨ੍ਹਾਂ ਨੇ ਬੂਟੇ ਲਾਏ ਆ ਉਹ ਸਭਾਵਾਂ ਬਿਲਕੁਲ ਆਬਾਦ ਰਹਿੰਦੀਆਂ ਤੇ ਆਬਾਦ ਹੀ ਰਹਿਣੀਆਂ, ਕਿਉਂਕਿ ਸੰਤ ਮਹਾਂਪੁਰਸ਼ਾਂ ਨੇ ਇੱਕ ਜਿਹੜਾ ਹੁੰਦਾ ਮੈਸੇਜ, ਉਹ ਮੈਸੇਜ ਤੇ ਸਾਰਾ ਕੁਝ ਚੱਲਦਾ। ਉਸ ਤੋਂ ਬਾਅਦ ਮੈਂ ਜ਼ਿਆਦਾ ਇੱਥੇ ਨਹੀਂ ਜਾਂਦਾ ਕਿਉਂਕਿ ਸਾਨੂੰ ਇੰਨਾ ਕੁ ਪਤਾ ਚਲੋ ਅੱਜ ਬਿਲਕੁਲ ਸੂਰੀ ਸੰਤ ਸਮਾਜ ਜੋ ਸਾਡਾ ਇੱਥੇ ਆਇਆ ਸਾਰਾ ਤੇ ਫਕੀਰ ਸਭਾ ਦੇ ਜੋ ਸੰਤ ਮਹਾਂਪੁਰਸ਼ ਆਏ ਆ ਇਹਨਾਂ ਦੇ ਵਿੱਚ ਕੋਈ ਤਾਲਮੇਲ ਹੋਣਾ ਅੱਜ। ਵੈਸੇ ਗਰਾਈ ਨਾਲ ਨਹੀਂ ਮੈਂ ਜਾਣਾ ਕਿਉਂਕਿ ਸਾਡੇ ਪ੍ਰਧਾਨ ਜੀ ਨੂੰ ਪਤਾ ਸਾਰੀ ਗੱਲ ਹੈ ਇਸ ਸੰਬੰਧ ਜੋ ਸਾਡੇ ਭਲਾਤੋ ਬਾਬਾ ਦੀਪੂ ਜੀ ਆ ਇਸ ਨੂੰ ਸੂਰੀ ਸੰਤ ਸਮਾਜ ਵਾਲਾ ਕਾਫੀ ਸਮੇਂ ਤੋਂ ਇਹ ਹੋਂਦ 'ਚ ਇੰਨਾ ਜ਼ਬਰਦਸਤ ਸਮਾਜ ਆਇਆ ਕਿ ਹਰ ਜਾਤੀ ਦਾ ਹਰ ਧਰਮ ਦਾ ਜੋ ਡੇਰੇਦਾਰ ਹੈ ਜੋ ਇਹਨਾਂ ਦੇ ਬਖਸ਼ ਹਨ ਹਰ ਧਰਮ ਦੇ ਉਹ ਇਸ ਨਾਲ ਜੁੜਿਆ। ਤੋ ਇਹਨਾਂ ਨੇ ਮੈਂ ਗੱਲ ਸ਼ੱਕ ਨਹੀਂ ਇਸ ਗੱਲ ਦੀ ਕੋਈ ਵੀ ਕਿ ਨਾ ਮੈਂ ਸਿਰਫ ਗੱਲ ਨਹੀਂ ਚਾਹੁੰਦਾ ਜੋ ਅਸੀਂ ਵੀਡੀਓ ਵੀ ਕੰਮ ਕਰਦੇ ਹਾਂ। ਮੈਂ ਪ੍ਰਧਾਨ ਹਾਂ ਪੰਜਾਬ ਦਾ PSP ਨਿਊਜ਼ ਦਾ ਤੇ ਹੋਰ ਵੀ ਸੰਸਥਾਵਾਂ ਮੇਰੇ ਕੋਲ ਬਹੁਤ ਹੈ, ਦਸਪੁਰ ਪ੍ਰਧਾਨ ਮੇਰੇ ਕੋਲ ਹੋਰ ਤੋਂ ਬੜੀਆਂ ਸੰਸਥਾਵਾਂ ਮੇਰੇ ਕੋਲ ਆ। ਜੋ ਮੈਂ ਅੱਜ ਤੱਕ ਦੇਖਿਆ ਇਹਨਾਂ ਨੇ ਇੰਨੀ ਮਿਹਨਤ ਕੀਤੀ ਆ ਅੱਜ ਤੱਕ, ਅੱਜ ਜੋ ਤਰੀਕ ਆ ਉਹ ਸ਼ਲਾਘਾਯੋਗ ਮਿਹਨਤ ਆ ਕਿਉਂਕਿ ਇੱਕ ਬੰਦੇ ਨੂੰ ਇਕੱਠਾ ਕਰਨਾ ਪਿੰਡਾਂ ਜਾ ਕੇ ਸੁਲਤਾਨਪੁਰ, ਫਿਰੋਜ਼ਪੁਰ, ਲੁਧਿਆਣਾ ਬੜੀ ਦੂਰ ਦੂਰ ਤੱਕ ਇਹਨਾਂ ਨੇ ਆਪਣਾ ਪਰਿਵਾਰ ਵੀ ਨਹੀਂ ਦੇਖਿਆ। ਇਹਨਾਂ ਦੇ ਬੱਚੇ ਵੀ ਨਾਲ ਹੀ ਹੁੰਦੇ ਜਦੋਂ ਮਰਜ਼ੀ ਦੇ ਮੇਲਿਆਂ 'ਤੇ ਵੀ ਜਾਂਦੇ ਆ। ਬੜਾ ਸੰਘਰਸ਼ ਕੀਤਾ ਇਹਨਾਂ ਨੇ। ਮੈਨੂੰ ਇਹ ਨਹੀਂ ਪਤਾ ਇਹਨਾਂ ਦੀ ਕੀ ਸੋਚ ਆ ਕੀ ਨਹੀਂ, ਉਹ ਤਾਂ ਇਹਨਾਂ ਨੂੰ ਆਪਣੇ ਮਨ ਨੂੰ ਪਤਾ ਵੀ ਮੇਰੀ ਸੋਚ ਕੀ ਹੈ, ਇਹ ਦੱਸਣਗੇ ਤੁਹਾਨੂੰ ਆਪ। ਇਹ ਬੜੀ ਵੱਡੀ ਗੱਲ ਹੈ ਕਿ ਕਿਸੇ ਕਿਉਂਕਿ ਸਾਡੀ ਜਿਹੜੀ ਲਾਈਨ ਹੈ ਨਾ ਫਕੀਰੀ ਦੀ ਬੜੀ ਜ਼ਬਰਦਸਤ ਲਾਈਨ ਹੈ। ਇਹਦੇ ਵਿੱਚ ਬੜੇ ਉਤਾਰ ਹੁੰਦੇ ਆ। ਇਹ ਜਿਹੜੀਆਂ ਸਭਾਵਾਂ ਹੁੰਦੀਆਂ ਇਹ ਦੁੱਖ ਸੁਣਾਉਣ ਵਾਲੀਆਂ ਹੁੰਦੀਆਂ। ਇਹਨਾਂ ਦੁੱਖ ਸੁਣਨਾ ਇੱਕ ਦੂਜੇ ਦੇ ਸੰਤਾਂ ਦੇ ਵੀ ਸੁਣਨੇ ਆ। ਉਹ ਫਕੀਰ ਡੇਰੇ ਵੀ ਇੱਦਾਂ ਦੇ ਹੁੰਦੇ ਜਿਹਨਾਂ ਦੇ ਕੋਈ ਅੱਜ ਰੋਟੀ ਦੇ ਡੇਰਾ ਹੁੰਦਾ, ਕੱਲ੍ਹ ਨੂੰ ਉੱਥੇ ਕੋਈ ਆ ਕੇ ਕਬਜ਼ਾ ਕਰਦਾ ਨਹੀਂ, ਜੇ ਪੰਚਾਇਤਾਂ ਕਰਦੀਆਂ ਜਾਂ ਕੋਈ ਵੀ ਕਰਦਾ ਤੇ ਨਹੀਂ ਇਹ ਡੇਰੇਦਾਰ ਜਿਹੜਾ ਅੱਜ ਆਹ ਕੰਮ ਕਰਦਾ ਉਹਨਾਂ ਨੂੰ ਪਿਛਲਾ ਸਾਰਾ ਕੁਝ ਚਿੰਤੇ ਭੁੱਲ ਜਾਂਦਾ ਕਿ ਡੇਰੇਦਾਰ ਨੇ ਪਹਿਲਾਂ ਕੀ ਕੀਤਾ। ਇਸ ਕਰਕੇ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ, ਮੈਂ ਟਾਈਮ ਲਾਊਂਗਾ। ਬਾਬਾ ਜੀ ਦਾ ਬੜਾ ਧੰਨਵਾਦ ਜਿਹਨਾਂ ਸਾਨੂੰ ਕਾਲ ਜੀ, ਬਾਬਾ ਜੀ ਦਾ ਵੀ ਬਹੁਤ ਧੰਨਵਾਦ। ਬਾਬਾ ਜੀ ਕਹਾਂਗੇ ਉਹਨਾਂ ਨੂੰ ਵੀ ਜੋ ਕਿ ਮੇਰੇ ਸੇਵਾ ਕਰਦੇ ਆ। ਸਾਡੇ ਛੋਟੇ ਜਦੋਂ ਦੀਆਂ ਗੱਲਾਂ ਇਹ ਇਕੱਠੇ ਹੋਏ ਅੱਜ ਤੱਕ ਅਸੀਂ ਇਸ ਸੰਸਥਾ ਨੂੰ ਬੜੇ ਢੰਗ ਨਾਲ ਚਲਾਉਣਾ। ਫਕੀਰ ਸਭਾ ਜਿਹੜੀ ਹੈਗੀ ਆਪਣੀ ਤੇ ਵਿਸ਼ਵ ਸੂਰੀ ਸੰਤ ਸਮਾਜ ਇਹਦੇ ਵਿੱਚ ਕੀ ਅੰਤਰ ਆ ਜਾਂ ਹੈਗਾ ਜਾਂ ਨਹੀਂ ਉਹ ਤੁਹਾਨੂੰ ਦੱਸਣਗੇ ਬਾਬਾ ਜੀ ਦੀਪੂ ਜੀ ਤੇ ਸਾਡੇ ਰਹਿੰਦੇ ਜੀ ਬਾਬਾ ਜੀ ਕਹੇ ਚੰਦਰ ਬਾਬਾ ਜੀ ਬੈਠੇ ਸਾਡੇ ਨਾਲ ਹੀ ਪਹਿਲਾਂ ਤੁਰੇ ਆ ਤੇ ਬਾਬਾ ਜੀ ਮੈਂ ਜਲੰਧਰ ਵਾਲੇ ਨੂੰ ਸਾਡੇ ਨਾਲ ਤੁਰੇ ਸੀ। ਭੋਲੇ ਬਾਬਾ ਜੀ ਵੀ ਬੜੇ ਤੁਰੇ ਸੀ, ਸਾਰੇ ਤੁਰੇ ਪਹਿਲਾਂ ਤੋਂ। ਬਾਬਾ ਜਸਪਾਲ ਜੀ ਪਤਾ ਸੰਤਾਂ ਨੂੰ ਸਾਰੀ ਗੱਲ ਦਾ ਅਸੀਂ ਇੱਕ ਕਲਾਸ ਦੇ ਵਾਲੇ ਗੱਲ ਕਹਿਣੀ ਹੈ ਕਿ ਜੇ ਆਪਾਂ ਅੱਜ ਇੱਥੇ ਇਕੱਠੇ ਹੋਏ ਆ ਨਾ ਕਿਸੇ ਮਕਸਦ ਨੂੰ ਲੈ ਕੇ, ਇਹ ਮਕਸਦ ਨੂੰ ਆਪਾਂ ਬਿਲਕੁਲ ਕਾਮਯਾਬ ਕਰਨਾ। ਮਕਸਦ ਇਹ ਲੋਕ ਕੱਲ ਨੂੰ ਇਹ ਨਾ ਕਹਿਣ ਲੋ ਜੀ ਇਹ ਇਕੱਠੇ ਹੋਏ ਸੀ ਅੱਜ ਆਪਣੇ ਬੰਦੇ ਕਹਿੰਦੇ ਹੁੰਦੇ ਵਿੱਚੋਂ ਇਕੱਠੇ ਹੋਏ ਸੀ ਤੀਸਰਾ ਪਤਾ ਨਹੀਂ ਮਿਲੀ। ਇਸ ਕਰਕੇ ਆਪਾਂ ਅੱਜ ਇਸ ਗੱਲ ਦਾ ਵਰਣਨ ਕਰਨਾ ਕਿ ਆਪਾਂ ਵਿਸ਼ਵ ਸੂਰੀ ਸੰਤ ਸਮਾਜ ਜੋ ਪ੍ਰਧਾਨ ਜੀ ਵੀ ਚਲਾ ਰਹੇ ਨਾਲ ਬਾਬਾ ਜੀ ਆਲਮਪੁਰ ਵੀ ਸਾਡੇ ਆਏ ਆ, ਬਾਬਾ ਬੁੱਢੇ ਸਰਕਾਰ ਵੀ ਆਏ ਆ ਤੇ ਆਪਾਂ ਇਹ ਸਾਰਾ ਜੋ ਵੀ ਪ੍ਰੋਗਰਾਮ ਅੱਜ ਲਿਖ ਰਹੇ ਹਾਂ ਉਸ ਸੰਬੰਧ ਨਾਲ ਆਪਾਂ ਚੱਲਣਾ। ਧੰਨਵਾਦ ਜੀ। ਇਖਲਾਕੀ ਵਿਅਕਤੀ जिन्हें भी साध संत पीर फकीर जरमाना तो आए साथियों ही सब तो पहले तो मैं जी आया आखदा हाँ कि जिन्हें कटवाए
ਸੰਤਾਂ ਦੇ ਚਰਨਾਂ ਜਿੱਥੇ ਵੀ ਪੈ ਜਾਂਦੇ ਉਹ ਧਰਤੀ ਪਵਿੱਤਰ ਹੋ ਜਾਂਦੀ ਆ। ਤਾਂ ਇਹਦਾ ਪਹਿਲੇ ਹੀ ਦਰਬਾਰ ਸਾਈਂ ਬਾਬਾ ਨਾਦਰ ਸ਼ਾਹ ਜੀ ਜੋ ਕਿ ਮਢਾਲੀ ਸ਼ਰੀਫ ਤੋਂ ਗੱਡੀ ਸੀ ਨੇ और इन्होंने बेटा ही बोल भी नहीं सकते क्योंकि ये छोटा इन्हों की फकीरी आ क्योंकि इस फकीरी अगे जिन्होंने पैरों के खुले बना के एक टावां पा दित्तियां तो अज तो चलो माफ करना कि उठों ताई ना कोई पहुंचिया या ना कोई अगे पहुंचूगा पर उन्होंने मैं नमस्कार सजदा सलाम जगत बंदना करता हाँ कि धन है उन्होंने कमाइयां और उन्होंने वड्याइयां कि जिस तरह कहते शाहूकारां ने ना अमीरां ने चिराग जगने सदा खुशियां ने कि अज उन्होंने खुशियां ने चिराग जगाए जाते हैं कि उन्होंने इबादतां कीतियां उन्होंने आसन जागते आ उन्होंने कमाइयां जागदियां अज उन्होंने कमाइयां की छड़ाई चार कूटा ताई जो कि अज विश्व सुखी संत समाज एक साधु संत महंत महात्मा चारों वर्णों नाल लेके चलिया है विश्व सुखी संत समाज जिसने कोई भी जाति और पाति का वितकरा नहीं पाया जाता क्योंकि यह समाज है जिहड़ा चिक्कड़ भरियां नूं गलदे नाल लाउण वाला कि चिक्कड़ भाइयों गल के नाल लाउण वाला कि अज सानू किहड़ी चीज की जरूरत आ सब तो पहला क्योंकि हर एक इंसान नूं पता कि अज राज काहदा बोलदा जेकर साडी बहुमत हुंदी अज सानू संत समाज एक प्लेटफार्म के उत्ते इकट्ठे हो जाते आ कोई भी दुनिया की ताकत कोई राजा महाराजा फकीरां दे अगे अगुआ नहीं क्योंकि संविधान लागू कहना तो होया फकीरां को संविधान लागू कहना किया संविधान लिखिया कहना फकीरां ने और यही फकीर संविधान नूं बनाउण वाले यही लागू करने वाले तां अज इन्हां नूं बाबा जी 100 साल तो जिन्होंने बूटे लाए और पानी पाया तो कई बार असीं देखते हैं देवियां के उपर की हो गया कि उन्होंने फकीरां नूं धक्के मार के बाहर कढ़िया जाता कि जिन्होंने एक पहले दबा होंदियां सी निक्की इट्टां दे मजार हुंदे सी उन्हां नूं जगाया चिराग रोशन किए और लेकिन जो चिराग रोशन हो गया तो फिर की होया कि उसे कमेटी तैयार होगी कि बाबे ये जाने ना बहुत टक्का बन गया होवे ना तो अज बाबे नूं बाहर कर दियो को बड़ा कलाकार मंगा दो बाबा जी अज असीं विश्व सुखी संत समाज बेनती करता हाँ कि जिन्हें भी साधु संत फकीर महंत महात्मा जब ताईं असीं एक प्लेटफार्म के उत्ते इकट्ठे नहीं होंगे कट्ठे नहीं होंगे साडी आवाज़ एक नहीं होंगी तब ताईं असीं कुछ भी नहीं कर सकते क्यों कि अज बहुमत की लोड़ आ बहुमत तो बिना कोई भी कहता बिना फौजां तो जंग नहीं लड़िया जाता करे बिना फौजां तो कोई भी जंग नहीं लड़ सकता जेकर असीं विश्व सुखी संत समाज का अज सारे ही इकट्ठे हो गए ते अहुदियां नूं नहीं चलना पाके
माफ करना असी यही ही बेनती करते हैं कि आप सारे ही रल के एक प्लेटफार्म में इकट्ठे हो गए वखरिया वखरिया संस्था 5-5 7-7 10-10 चीज बना के आप जो भी सरकारों को सानू पीनी सहूलतां मिल सकदियां सानू संत दा अरदास कर दे ते एक धूना चाहे बह जांदा फकीर के जाते उत्ते राजे नूं आके टुकना पैंदा लेकिन फकीर नहीं झुकदा फकीर नहीं झुकदा फकीर दे अगे राजा झुकदा चपराज राजो के नरक के तपस्या करेंगे तो राज प्राप्त होगा कि राज जो के भी होगा क्योंकि राजी ने चंगा कर्मी नहीं होगा चपराज राजो के नरक मेरी बेनती है कि मेरे नाल ही शिमाला राजका साढ़े सैकटरी साहब जनरल सेक्रेटरी पंजाब क्योंकि बाबा जी इन्होंने पता कि जो सन के समा थोड़ा थोड़ा चाहिए है बहुत बढ़िया विचार। सो एक मैं बेनती जरूर करूँगा बुलारियां नूं शब्द जोड़े अपने वो बहुत ही पास्ता होने चाहिए और लॉजिकली होने चाहिए। कोई भी गल आप तथ्यों के आधार करिए तथ्यों के बिना कोई गल ना करिए क्योंकि अजकल सोशल मीडिया का जमाना है लाइव का चलता है छोटी जी गल अपने टेंशन तो नहीं होती लेकिन दुनिया समझ जाती है जिस करके असी उस मुल्क च रहने जिथे वोटा आके सरकार बनदियां ने इस चीज तो सानू भजन की लोड़ नहीं है क्योंकि साडे काबिल एहतराम वो महान पुरुष संविधान निर्माता साडे बाबा साहब बी आर अम्बेडकर जी जिन्होंने इस देश का संविधान लिखा तो दबे कुचले लोगों को भी इंसाफ मिला जिन्हें कि अभी देख रहे हैं जोरदार ताड़ी एक महान पुरुषों के नाम से जिन्होंने करके खास करके जो दबे कुचले लोग वो अपने आप को अज पूरा सुरक्षित महसूस कर रहे हैं। सो मुड़के होने बाबा जी दो चीजा एक अध्यात्मिक शक्ति होंगी है समाजिक शक्ति होंगी है। सो अज इन दोनों शक्तियों को पाने की लड़ है क्योंकि अध्यात्मिक शक्ति भी लोगों के भले करने और समाज शक्ति भी क्योंकि लोगों के भले करने ये कोई हो रहा नहीं। हम मैं अगली आवाज साढ़े हरबंश शाह कादरी जी प्रधान जिला जैदी जी जलंधर तो उन्होंने बेनती करूँगा भी पूरे मंच के दायरे में जाकर अपनी गल थोड़ा शब्द है। दरबार केंद्र आज वक्त डेढ़ पूरे पंजाब जिन्ना भी संत मत आया उन्होंने सारे जीना है कहना अज असं विश्व सूफी संत समाज जब इकट्ठे हुए हैं इस सूफी संत समाज का मकसद यह है कि सारे जिन्हें भी पीर पीर संत महापुरुष सारे पंजाब को इकट्ठे होकर ये बढ़ चढ़ के हिस्सा पाउन रल मिल के चलन जोड़ा असी इस समाज की डुंगियाई आ डुंगियाई कोई नहीं पा सकता पर गवर्नमेंट अजकल जो गवर्नमेंट का दौर आ गवर्नमेंट पावर नहीं दिखानी पावर उस मालक की आ तो मालक की पावर के अगे सारे फेल आ पर यह पावर जी फकीर के कोल ही है फकीर का गुलाम आ इस गुलामी के रह के उस मालक की अपने अपने मुर्शिद गुलामी में रह के आप सारे रल मिल के ये जोड़ा सूफी मिशन सूफी संत समाज एक ऐसे पद्धर से ले जाना है कि पूरे विश्व के पूरे पंजाब के पूरे विश्व के यदा ना हो जिथे बीमारी मारे तो सारे जिन्हें भी अपने वीर सज्जन वो भी जिन्हें भी संत महापुरुष इकट्ठे होकर यदि कोई भी मुश्किल आ वो सारे आधार पर जो है वो हल कर एक एक होंगे 2 11 होंगे रल
मिल के जिन्ना आप चलांगे उन्ना ही आ। रब भी एक आ, उसकी जात भी एक आ, कोई मजहब नहीं, कोई धर्म नहीं, कोई जात नहीं, कोई पात नहीं। एक दी गल वा सारे एक रब सारा आ। अपने अंदर नूर पाया गुरु के सब बंदे एक नूर से सबसे ऊंचा कौन भले कौन मंदे, ये सारा सारा एक ही है। हिंदू कहे तो मानिए मुसलमान भी ना, पंच तत्व का बदलाव में नानक मेरा नाम, ये पहली बादशाह गुरु नानक देव महाराज जी फरमा गए। ये सारे एक ही गल वा। अपन किसी मजहब का किसी धर्म का पसीना नहीं लेकर चलना चाहिए। ये सारा का साझा विषवा सूफी संत का सारा साझा है। ये रल मिल के जिन्ना भी हो सकता अपन इस अपने मत को गांह तो गांह बढ़ाइए, जिन्ना भी हो सकता अपने अपने घर को रह के सारे संतां नाल खुशियां नाल जुड़ के लोकां संगत नाल जुड़ के इकट्ठ करके अपन पैरों दान दे उत्ते सारा जिहड़ा है पूरे पंजाब पूरे विश्व दे विच इहदा नाम करिए। बहुत ही बढ़िया मंच का आगाज हो चुका। सो कालूशाह जी जो आप मीटिंग ऑर्गेनाइज करने की गल कर रहे थे, जब बाबा जीतो शाह जी ने सलाह की थी जब आप इस प्रोग्राम को थोड़ा रखिए थे, पहली मीटिंग अपनी गेट टूगेदर 20-25 फकीर भाईचारा इधर हो थे तो उन्हें के फकीर की तादाद हो गई, लेकिन किधर उधर पहली मीटिंग से कई बजे उनका जो भी सोचे होता नहीं होता, लेकिन फिर भी गल लागे जाके पहुंच गई आ। असि आए हुए फकीर का इस्तेमाल करते हैं टाइम कट के आए ने। और बाबा जीतो शाह जी तुम भी बधाई के पात्र हो, क्योंकि पंजाब के कले कले डेरे से जाके कले कले फकीरों को जाके इस चीज की दावत दे रहे हो। ये कोई छोटा काम बहुत बड़ा काम है। कितने सानू बहुत बड़ी सारी उपलब्धि मिलनी है, कितने सानू बहुत अपना बेटी साडे उस रेडिटेशन का मैं इतना करती हूँ, लेकिन ਅਸੀਂ उस मीटिंग को बड़े ही पॉजिटिव वे ਨਾਲ ਲੈ ਕੇ उस मीटिंग ਨੂੰ सक्सेस करना वा। खास करके साडी ਜਿਹੜੀ ਗੱਲ ਹੈਗੀ ਸਾਡਾ ਜਿਹੜਾ ਏਜੰਡਾ ਵਾ ਉਹ तमाम ਉਹਨਾਂ ਫਕੀਰਾਂ ਤੱਕ ਪਹੁੰਚ ਜਵੇ ਜਿਹਨਾਂ ਕੋਲ ਸਾਡਾ ਹਲੇ ਮੈਸੇਜ ਨਹੀਂ ਗਿਆ। ਸੋ ਮੈਂ ਅਗਲੀ ਵਾਰ ਸਾਡੇ ਦਰਮਿਆਨ ਅੱਜ ਸਾਈਂ ਅਕੀਸ਼ਾ ਜੀ ਸਾਡੀ ਅੱਜ ਅਖਬਾਰ ਦਾ ਵਿਮੋਚਨ ਵੀ ਆਇਆ ਹੋਇਆ ਸੰਤਾਂ ਮੁਸਲਮਾਨ ਖੁਸ਼ਾ ਵੱਲੋਂ ਕਰਵਾਉਣਾ ਹੈ। और बाबा जीतो शाह जी और बाबा चंद्रपाल शर्मा जी जी वर्ल्ड पीस मिशन अखबार आ वो साडे डेप्यूटी मैंबर खड़े हो गए। इन्होंने भारत सरकार तो रजिस्टर कराई है और ये इन्होंने टेंशन में बड़ी है यार लोगों की कमरा तो लड़ गई हैं भी मैं ये सूफी फकीर इन्हें तो भी अपनी अखबार पहुंचती करनी है। और फकीर के आर्टिकल देखो, आर्टिकल बहुत बड़ी चीज है। किसी फकीर ने अपनी सोच बोलनी या कोई लिखना नहीं जानता, वो आर्टिकल अपने अखबार जानी चाहिए। और मैं कहूँ अपनी मंच से दावत है 2 मिनट से अपनी गल जरूर रखो। बाबा हैप्पी शाह जी पेट मारा बाबा शाह जी मेरे वालों लख लख सलाम। पहली बारी इतने आने का मौका मिला है। मेरी सरकार बहुत और बाबा जी को बहुत देर तो मैनू दिल नहीं करता अज पर पहला मौका आया जो बाबा जी ने और सारे फकर वीरों के दर्शन सारे इकट्ठे होए है। अज का जोड़ा जिवें साडे यूनिवर्सिटी पंजाब ने दस्सिया कि जिहड़ा साडा मुख एजेंडा है, असीं एक प्लेटफॉर्म तैयार कर रहे हैं बाबा जीतो शाह की रहनुमाई हेठ कि असीं इकट्ठे होकर चलना, क्योंकि सारे इकट्ठे हैं, असीं पता नहीं कदे कल्ले हैं। तो बाबा जी जीतू जी की सोच से लख लख सलाम है साडे वालों, जो कि एडा बड़ा उपराला कर रहे हैं। और नाल उन्होंने साडे यूनिवर्सिटी पंजाब बीस सुल्तानी गुराया तो मुंडे ने मुंडा ला के तुरे हुए हैं। जी हाथ जोड़ के सारे बेनती है कि असीं सारे इकट्ठे होकर चलिए और साडी भी आवाज़ हर थां ते जावे और
ਕਿਸੇ ਵੀ ਫਕਰ ਦੀ ਨੂੰ ਲੋੜ ਪੈਂਦੀ ਹੈ ਤਾਂ ਅਸੀਂ ਸਾਰੇ ਯੂਨਿਟੀ ਬਣਾ ਕੇ ਉਸਦੇ ਦਰਬਾਰ ਤੇ ਜਾਈਏ। ਇਹਨੇ ਕਹਿੰਦਾ ਹੋਇਆ ਤੁਮਾਂ ਦਾ ਜਸ ਕਰਾਂ। ਧੰਨਵਾਦ। ਸਾਰਿਆਂ ਨੂੰ ਮੈਂ ਬਾਰੀ ਬੁਲਾ ਲੈਣਾ ਕਿਉਂਕਿ ਮੈਂ ਪਹਿਲੇ ਹੀ ਬੇਨਤੀ ਕੀਤੀ ਸੀ ਕਾਲੂ ਸ਼ਾਹ ਜੀ ਨੂੰ ਕਿਉਂਕਿ ਦੇਖੋ ਜਿੰਨਾ ਵੀ ਸਾਡਾ ਕਲਾਕਾਰ ਭਾਈਚਾਰਾ ਉਹ ਸਾਡੇ ਸੰਸਕਾਰ ਦੇ ਲੇਕਿਨ ਇਹ ਦੁਨੀਆ ਦੀ ਪੰਚਾਇਤ ਤੁਸੀਂ ਬਹੁਤ ਘੱਟ ਦੇਖਿਆ ਹੋਊਗਾ ਕਿਉਂਕਿ ਭਲਾਈ ਦੇ ਪਾਤਰ ਆਓ ਬਜ਼ੁਰਗ ਜਿਨ੍ਹਾਂ ਨੇ ਸਾਲਾਂ ਪਹਿਲਾਂ ਇੱਕ ਵਾਰੀ ਪੰਚਾਇਤਾਂ ਲਾਉਣੀ ਸ਼ੁਰੂ ਕੀਤੀਆਂ ਉਹਨਾਂ ਦੇ ਵਿੱਚ ਜੇ ਮੈਂ ਗੱਲ ਕਰਾਂ ਸਾਈ ਜਾਗਰ ਸਾਡੀ ਕਾਦਰੀ ਔਰ ਸਾਡੇ ਨਿੰਦਰ ਭਾਈ ਸ਼ਰਮਾ ਜੀ ਇਹ ਭਲਾਈ ਦੇ ਪਾਤਰ ਬਜ਼ੁਰਗ ਇਹਨਾਂ ਨੇ ਸਾਨੂੰ ਸੇਧਾਂ ਦਿੱਤੀਆਂ ਨੇ। 10 ਸਾਡੇ ਬਜ਼ੁਰਗ ਨਾਲ ਚੱਲਦੇ ਸੀ ਇਹਨਾਂ ਦੇ ਬੱਚੇ ਆ ਤੇ ਇਹਨਾਂ ਦੀ ਸੇਧ ਲੈ ਕੇ ਜਾ ਰਹੇ ਜੇ ਬਾਬਾ ਦੀਪਕ ਸ਼ਾਹ ਜੀ ਤੇ ਹੈਜੀ ਸ਼ਾਹ ਜੀ ਤੇ ਜੇ ਸਾਡੇ ਜੋੜੇ ਤੋਂ ਬਾਬਾ ਸੁਰਿੰਦਰਪਾਲ ਜੀ ਜੋ ਕਿ ਇੱਕ ਸਮਾਜ ਚਿੰਤਕ ਨੇ ਉਹਨਾਂ ਨੂੰ ਬੇਨਤੀ ਕੀਤੀ ਜਾਵੇ ਤੁਸੀਂ ਵੀ ਦੋ ਸ਼ਬਦ ਬਾਬਾ ਜੀ ਆ ਕੇ ਮੁਖਾਰ ਬਣਾਏ ਰੱਖੋ। ਬਾਬਾ ਸੁਰਿੰਦਰਪਾਲ ਜੀ ਉਹਨਾਂ ਨੇ ਮੈਨੂੰ ਵੈਸੇ ਨਾ ਕੀਤੀ ਮੈਂ ਬਾਬਾ ਜੀ ਮੈਂ ਤੁਹਾਡਾ ਨਾਮ ਜ਼ਰੂਰ ਲਊਂਗਾ ਕਿਉਂਕਿ ਤੁਹਾਡੀਆਂ ਵੀਡੀਓ ਦੇਖਦੇ ਰਹਿੰਦੇ ਆ ਲੋਕਾਂ 'ਚ ਤੁਸੀਂ ਬੋਲਦੇ ਰਹਿੰਦੇ ਆ ਔਰ ਤੁਹਾਡੀ ਗੱਲਬਾਤ ਤੋਂ ਇਹ ਮਹਿਸੂਸ ਹੋ ਜਾਂਦਾ ਕਿ ਤੁਸੀਂ ਸਮਾਜ ਨੂੰ ਲੈ ਕੇ ਕਿੰਨੇ ਚਿੰਤਕ ਹੈਗੇ ਆ। ਇਸ ਕਰਕੇ ਮੈਂ ਕਹੂੰਗਾ ਥੋੜੇ ਸ਼ਬਦਾਂ ਰਾਹੀਂ ਤੁਸੀਂ ਵੱਡੀ ਗੱਲ ਜ਼ਰੂਰ ਕਰਕੇ ਜਾਓ। ਬਾਬਾ ਸੁਰਿੰਦਰਪਾਲ ਜੀ ਜੁੜੇ ਰਹਿਣ। ਚਲੋ ਇੱਦਾਂ ਕਰੋ ਬਿਲਕੁਲ ਕਰ बहुत ही सत्कारयोग दर्जा बेदर्जा साधु संत और साढ़े विच बहुत ही पवार पवित्र रूहां जो अलग अलग डेरिया तो इत्थे विराजमान हुई हैं। असीं उन्हां दा कदम कदम ते नमस्कार करते हुए वेलकम करते हैं जिन्हां दे आशीर्वाद शब्द का बाबा अजागर शाह जी कादरी जो कि बुजुर्ग हैं और तकरीर की दुनिया के गल की जाए तो सब तो उम्र वध के बुजुर्ग हैं आप उन्होंने बच्चों की उम्र के हाँ तो उन्होंने स्टेज के उत्ते खड़े होकर बोलने तो लगता कि अपने को कोई उदा का शब्द ना लिखा जाए जिन्होंने करके तकरीर का मन दुखी हो जाए या किसी तकरीर को बुरा लग जाए क्योंकि तकरीर तो अपना आशीर्वाद प्राप्त करना है। बेनती है कि बार बार बेनती की गई कि बाबा सुरिंदरपाल जी तुम जरूर बोलो बोलने के कोई खराबी नहीं लेकिन कितने गलत बोल हो गया है अगर किसी का मन दुखी हो गया तो खराबी कुछ जन्म ले इस करके मैं डरता सी जो भी स्टेज चल रही जो मैं करके उत्थे सुन रहा एक पासे साडे कशा प्रधान जी बाबा नरेंद्र शाह शर्मा जी उन्होंने एक विश्व सुखी संत समाज का संगठन किया जिन्होंने रात दिन दुगनी तरक्की की और पूरे वर्ल्ड के अपन जड़ा फैल गई और मैं ये कहना चाहता कि शायद मैंने इस तरह सुनने को मिलता कि पूरे पंजाब के नहीं पूरे वर्ल्ड के बूटे लाते इन्होंने जेडे संतां नूं नाल लेके चलने का सोच की है इन्होंने उन्होंने नमस्कार है। और दूसरे पासे जेदे विच मैं खुद भी मैंबर सी साडे बाबा अजागर शाह कादरी साहब ने इसी दरबार दे विच एक फकीर सभा का गठन किया और जेदे विच काफी भारी गिणती दे विच साधु संत समाज इकट्ठा होकर काम कर रहा सी। बहुत सोहनिया सेवावां सी बाबा जी वालों अगर किते गरीब लड़की का ब्याह हो तो असीं हाजिर सी उत्थे वड्डे तौर पर सारे साधु संतां नूं नाल लैके सहयोग किया जाता सी। अगर किसी दरबार के उत्ते मेला हो तो उत्थे भी बाबा जी वालों बड़ा सहयोग दिता जाता सी। जे कोई फकीर नूं देख लिया कि जरूरतमंद है तो उत्थे गप्पा थोड़ा जिहा बड़ा तो जिहड़ा जरूरत नहीं रखता सी उहनूं भी जरूर बाबा जी सगन दिंदे सी अपनी टीम नूं नाल लैके। सो अज मेरी बेनती
ਬਜ਼ੁਰਗਾਂ ਤੋਂ ਸੁਣਿਆ ਹੈ, ਧਿਆਨ ਕਰਕੇ ਸਾਰੇ ਸਾਧੂ ਸੰਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਅਗਰ ਮੈਨੂੰ ਖੜਾ ਕੀਤਾ ਹੈ ਤੇ ਫਿਰ ਸੋਨੇ ਦਾ ਯਤਨ ਜ਼ਰੂਰ ਕਰਿਓ। ਬੇਨਤੀਆਂ ਕਰਾਂਗਾ ਦਾਸ। ਮੈਂ ਬਜ਼ੁਰਗਾਂ ਤੋਂ ਸੁਣਿਆ ਹੈ ਕਿ ਰਿਸ਼ਤੇਦਾਰ ਇਕੱਠੇ ਹੁੰਦੇ ਆ, ਸਮਾਜ ਇਕੱਠਾ ਹੁੰਦਾ, ਆਪਾਂ ਸਮਾਜ ਦੇ ਵਿੱਚ ਵਿਸਰਦੇ ਹਾਂ। ਹਰ ਰੋਜ਼ ਹੀ ਸੁਣਨੇ ਨੂੰ ਮਿਲਦਾ, ਸਾਰਿਆਂ ਨੂੰ ਸੁਣਨੇ ਨੂੰ ਮਿਲਦਾ, ਚਾਹੇ ਕੋਈ ਬੇਟੀ ਹੋਵੇ, ਚਾਹੇ ਕੋਈ ਬਜ਼ੁਰਗ ਬਾਬਾ ਜੀ ਹੋਣ, ਚਾਹੇ ਕੋਈ ਤਾਂ ਦੇ ਨੌਜਵਾਨ ਵੀਰ ਹੋਣ, ਸਾਰਿਆਂ ਨੂੰ ਸੁਣਨੇ ਨੂੰ ਸਦਾ ਹੀ ਮਿਲਦਾ ਰਹਿੰਦਾ ਕਿ ਫਿਕਰ ਨਾ ਕਰ, ਮੈਂ ਤੇਰੇ ਨਾਲ ਹਾਂ। ਕਦੀ ਰਿਸ਼ਤੇਦਾਰ ਕਹਿੰਦੇ ਹਨ, ਕਦੀ ਕਿਸੇ ਮਹੱਲੇ ਵਾਲਾ ਆਖਦਾ ਹੈ, ਕਦੀ ਕੋਈ ਸਮਾਜ ਵਾਲੇ ਆਖਦੇ ਹਨ ਕਿ ਫਿਕਰ ਨਹੀਂ ਕਰਨਾ, ਅਸੀਂ ਤੇਰੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਖੜੇ ਹਾਂ, ਸਦਾ ਖੜੇ ਰਵਾਂਗੇ। ਪਰ ਜਦੋਂ ਕਿਤੇ ਵਿਪਤਾ ਪੈਂਦੀ ਹੈ ਨਾ, ਤੇ ਖੜੇ ਲੋਕ ਜ਼ਰੂਰ ਮਿਲਦੇ, ਖੜੇ ਲੋਕ ਜ਼ਰੂਰ ਮਿਲਦੇ, ਲੇਕਿਨ ਜ਼ਿਆਦਾ ਘੱਟ ਤਮਾਸ਼ਾ ਦੇਖਣ ਵਾਲਿਆਂ ਦਾ ਹੀ ਹੁੰਦਾ। ਸੰਯੋਗ ਦੇਣੇ ਵਾਲਿਆਂ ਦਾ ਤਾਂ ਸ਼ਾਇਦ ਤੁਸੀਂ ਖੁਦ ਹੀ ਜਾਣਦੇ ਆ ਕਿ ਕਿੰਨਾ ਕੁ ਵੱਡਾ ਘੱਟ ਹੁੰਦਾ। ਸਾਰੇ ਕੰਨੀ ਕਤਰਾਉਂਦੇ ਆ, ਚਾਹੇ ਉਹ ਆਪਣਾ ਰਿਸ਼ਤੇਦਾਰੀ ਹੋਵੇ ਕਿ ਹੁਣ ਇਹ ਵਿਪਤਾ 'ਚ ਫਸ ਗਿਆ, ਹੁਣ ਇਹਨੇ ਕੋਈ ਸਵਾਲ ਕਰਨਾ, ਹੁਣ ਥੋੜੀ ਜਿਹੀ ਦੂਰੀ ਬਣਾ ਲਓ ਕਿ ਜਦੋਂ ਕਿਤੇ ਚੰਗਾ ਸਮਾਂ ਆ ਗਿਆ ਫਿਰ ਘੱਟ ਫਿਰ ਉਸੇ ਤਰ੍ਹਾਂ। ਦੂਸਰੀ ਬੇਨਤੀ ਮੈਂ ਨੋਟ ਕਰ ਰਿਹਾ ਕਿ ਇੱਧਰ ਸਮਾਜ ਵਿਸ਼ਵ ਸੂਫੀ ਸੰਤ ਸਮਾਜ ਆਪਣੇ ਵੱਲੋਂ ਬੇਨਤੀ ਹੋ ਰਹੀ ਹੈ ਕਿ ਆਪਾਂ ਦੋਵਾਂ ਸਮਾਜਾਂ ਨੂੰ ਇਕੱਠਾ ਕਰਨਾ ਹੈ। ਤੇ ਮੇਰੀ ਵਿਸ਼ਵ ਸੂਫੀ ਸੰਤ ਸਮਾਜ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਔਰ ਇੱਧਰ ਤਖੀਰ ਸਭਾ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਦੋਵਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਜਿਹੜੇ ਸਾਧੂ ਸੰਤ ਆਏ ਨੇ, ਜਿਹੜਾ ਸੁਨੇਹਾ ਲੈ ਰਹੇ ਨੇ ਕਿ ਆਪਾਂ ਇਕੱਠਾ ਹੋਣਾ ਹੈ, ਇਸੇ ਸਟੇਜ ਦੇ ਉੱਤੇ ਫੈਸਲਾ ਦਿੱਤਾ ਜਾਵੇ ਕਿ ਕਿਸ ਸਭਾ ਨੇ ਕਿਸ ਸਭਾ ਨੂੰ ਸਹਿਯੋਗ ਕਰਨਾ ਹੈ ਔਰ ਕਿਸ ਸਭਾ ਨੇ ਉਹਦੇ ਵਿੱਚ ਰਹਿਣਾ ਹੈ। ਇੱਥੇ ਇਹ ਫੈਸਲਾ ਜ਼ਰੂਰ ਕੀਤਾ ਜਾਵੇ। ਸਾਰਿਆਂ ਨੂੰ ਨਮਸਕਾਰ ਕਰਦਾ ਹੋਇਆ ਦਾਸ ਕਰੋ, ਅਗਰ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਦਾਸ ਖੇਮਾ ਦਾ ਜੱਜ ਕੇ ਹੈ ਨਮਸਕਾਰ। ਮੈਂ ਇਹ ਗੱਲ ਜਿਹੜੀ ਸ਼ਾਇਦ ਲਿਖਣ ਵਿੱਚ ਆ ਗਈ ਸੀ, ਕਿਉਂਕਿ ਜਦੋਂ ਤੁਹਾਡੇ ਵਿਚਾਰ ਮਿਲਣੇ ਆ ਨਾ, ਸੰਵਾਦ ਕਦੇ ਅੱਗੇ ਵਧਣਾ। ਪਹਿਲਾਂ ਸਾਡੀ ਇੰਨੀ ਚਰਚਾ ਦੇ ਵਿੱਚ ਇਹ ਗੱਲ ਸਾਬਿਤ ਹੋ ਗਈ ਹੈ ਕਿ ਚਾਹੇ ਕੋਈ ਸਭਾ ਕੋਈ ਵੀ ਸੰਗੀਤ ਹੋਵੇ, ਚਾਹੇ ਸੂਫੀ ਗੀਤ ਸਭਾ ਪੰਜਾਬ ਹੈ, ਚਾਹੇ ਵਿਸ਼ਵ ਸੂਫੀ ਸੰਤ ਸਮਾਜ ਹੈ, ਇਹਨਾਂ ਦੀ ਵਿਚਾਰਧਾਰਾ ਇੱਕੋ ਹੀ ਹੈ, ਇੱਕੋ ਹੀ ਝੰਡੇ ਹੈ, ਇੱਕੋ ਹੀ ਝੰਡੇ ਹੈ, ਉਹਦੇ ਵਿੱਚ ਕੋਈ ਦੋ ਰਾਏ ਨਹੀਂ। ਮਹਾਂਪੁਰਸ਼ੋ ਇਹ ਗੱਲ ਸਾਡੇ ਅਸੀਂ ਕੀ ਕਰਨਾ ਵਾ, ਉਹ ਅਸੀਂ ਜਿਹੜੀ ਕੰਫੀਡੈਂਸ਼ੀਅਲ ਮੀਟਿੰਗ ਹੈ ਮੀਟਿੰਗ ਕਰ ਕਰਨੀ ਹੈ। ਉਹਦੇ ਵਿੱਚ ਸਾਡੇ ਬੋਰਡ ਬੈਠੇ ਨਿਰਮਲ ਸ਼ਰਮਾ ਜੀ ਰਹਿਨੁਮਾ ਬੈਠੇ ਆ, ਕੋਲੇ ਵਾਲੇ ਜੀ ਬਾਬਾ ਜੀ ਅਗਰ ਸਾਹਿਬ ਬੈਠੇ ਬੈਠੇ ਉਹਦੀ ਗੁਫ਼ਤਗੂ ਕਰਨੀ ਹੈ। ਉਸ ਤੋਂ ਬਾਅਦ ਅਸੀਂ ਮੀਡੀਆ ਨੂੰ ਬਰੀਫ ਵੀ ਕਰਦਾ ਰਹੇਗਾ। ਲੇਕਿਨ ਇਹ ਜਿਹੜਾ ਸਾਡਾ ਆਚਾਰਿਆ ਪੰਜਾਬ ਦਾ ਇਹ ਸਾਡਾ ਸੰਵਾਦ ਹੈ ਵੀ ਅਸੀਂ ਕਰਨਾ ਕੀ ਹੈ, ਕਰਦੇ ਕੀ ਆ ਰਹੇ ਹਾਂ, ਤਾਂ ਮਸਲੇ ਕੀ ਹੋਏ ਹਨ। ਸੋ ਮੈਂ ਆਪਣੀ ਗੱਲ ਨੂੰ ਅੱਗੇ ਵਧਾਉਂਦਾ ਹੋਇਆ ਮੈਂ ਸਾਡੇ ਲੱਗਦਾ ਜੀ ਉਹ ਕਹਿੰਦੇ ਮੈਂ ਵੀ ਹੁਣ ਸੂਫੀ ਦੀ ਇਹ ਭਾਈਚਾਰੇ ਵਿਚਾਰਧਾਰਾ ਨਾਲ ਜੁੜਿਆ ਮੈਂ ਮੇਰੇ 12 ਸਾਲਾਂ ਤੋਂ, ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਹਾਂ ਸ਼ਬਦਾਂ ਦਾ ਥੋੜਾ ਜਿਹਾ ਆਪਾਂ ਕਰਕੇ ਕੋਈ ਟਾਈਮ ਦੀ ਆਪਾਂ ਸ਼ੁਰੂ ਕਰਕੇ ਜਕਰਾ ਸੁਣੀਆਂ ਸਰਕਾਰਾਂ ਦਾ ਬਹੁਤ ਸਾਥੇ ਦਰਬਾਰ किया है। संत ना होते जगत में तो जन्नत का संसार, क्योंकि जिन्हें भी डेरिया तो संत आए ने साईं रामदेव शाह सरकार लुधियाने की, साईं सोनू दत्त सरकार लुधियाने की, और बाबा होर साईं जागर शाह जी कादरी चक चंदू, साईं दीन शाह जी, साईं सुरेंद्रदास जी बुले वाली सरकार, लुधियाने वाली सरकार, और बाबा राम जी को जिन्हें भी फकीर आए ने सारे जी धन्यवाद। सो साध संगत जी जदों असी जिन्नियां भी सभावां दो सभावां एक बैनर के इकट्ठे हो जावांगे, क्योंकि जिथे सलूक है उत्थे बरकत है, जिथे बरकत है उत्थे सब कुछ है। जो फकीर होंदे ने ये कुल जगत का भला मंगते हैं, भलाई मंगते हैं, पर साडा मसला की अभी अगे करना की। मैं गुरविंदर नागरा सूफी सिंगर साध संगत जी जो एक गाँव वाला सूफी हाजरियां के नाल 12-14 साल सेवा कर लेता फकीरां की,
ਤੇ ਉਹਨੂੰ ਵੀ ਇਹਨਾਂ ਦਾ ਅਸਰ ਹੋ ਜਾਂਦਾ, ਮਾੜਾ ਮਾੜਾ ਰਮਣ ਹੋ ਜਾਂਦੀ। ਉਸੇ ਰਮਣ ਦਾ ਸਦਕਾ ਜਿਹਨਾਂ ਦਾਤਿਆਂ ਤੇ ਇਹਨਾਂ ਫਕੀਰਾਂ ਦੇ ਵਿੱਚ ਆਇਆ ਕਿ ਅਸੀਂ ਵਿਸ਼ਵ ਫਕੀਰ ਸੰਤ ਸਮਾਜ ਤੇ ਫਕੀਰ ਸੰਤ ਸਮਾਜ ਦੋਨਾਂ ਹੀ ਸਮਾਜਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਤੇ ਬਾਕੀ ਸਾਰੇ ਆਏ ਹੋਏ ਫਕੀਰਾਂ ਨੂੰ ਜੀ ਆਇਆਂ ਕਹਿਣਾ। ਤੇ ਜਦੋਂ ਵੀ ਭਾਵੇਂ ਡੇਰੇਦਾਰ ਵੱਡਾ ਤੇ ਭਾਵੇਂ ਛੋਟਾ ਹੈ, ਕਿਸੇ ਤੇ ਵੀ ਮੁਸੀਬਤ ਬਣਦੀ ਹੈ ਤੇ ਮੋਢੇ ਨਾਲ ਮੋਢਾ ਜੋੜ ਕੇ ਉਹਦੀ ਹੀ ਕਬਰਸਤਾਨ ਹੈ। ਸੰਤਾਂ ਨੂੰ ਵੀ ਪਤਾ ਹੈ ਕਿ ਜਿੱਥੇ ਕਿਤੇ ਵੀ ਕਿਸੇ ਡੇਰੇ ਨੂੰ ਪ੍ਰੋਬਲਮ ਆਈ ਹੈ, ਦਾਸ ਸਿੰਗਰ ਲਾਂਗਰਾ ਪੂਰਾ ਮੈਂ ਮੋਢੇ ਨਾਲ ਮੋਢਾ ਜੋੜ ਕੇ ਤੁਰਿਆ। ਪਿੱਛੇ ਜੀ ਸੂਫੀ ਸੰਤ ਫਕੀਰ ਸਭਾ ਵਿਸ਼ਵ ਸੂਫੀ ਫਕੀਰ ਸਭਾ ਸਾਰੇ ਦਾ ਤਹਿ ਦਿਲੋਂ ਧੰਨ। ਪਿਛਲੇ ਪਤਾ ਹੈ ਕਿ ਟਾਂਡੇ ਡੇਰੇ ਤੇ ਇੱਕ ਪ੍ਰੋਬਲਮ ਆ ਗਈ ਸੀ, ਮੈਂ ਸਿਰ ਦੇ ਕੇ ਉਹ ਜਿਹੜਾ ਡੇਰਾ ਆਬਾਦ ਕਰਵਾਇਆ। ਸਾਡਾ ਗਾਉਂ ਵਾਲਿਆਂ ਦਾ ਵੀ ਫਰਜ਼ ਬਣਦਾ, ਜਿੱਥੇ ਵੀ ਕੋਈ ਪ੍ਰੋਬਲਮ ਆਉਂਦੀ ਆ ਤਾਂ ਇਕੱਠੇ ਹੋ ਕੇ, ਕਿਉਂਕਿ ਜੇ ਇਕੱਲਾ ਸ਼ਹੀਦ ਇੰਨਾ ਕੰਮ ਕਰ ਸਕਦਾ ਤੇ ਜੇ 15-20 ਸ਼ਹੀਦ ਜਾਂ ਹਜ਼ਾਰਾਂ ਦੇ ਵਿੱਚ ਇਕੱਠੇ ਹੋ ਜਾਂਦੇ ਤੇ ਸਾਡਾ ਰੁਤਬਾ ਕਿੱਥੇ ਪਹੁੰਚੇਗਾ। ਕਿਉਂਕਿ ਅਸੀਂ ਇਹਨਾਂ ਫਕੀਰਾਂ ਦੇ ਬੱਚੇ ਆ ਤੇ ਫਕੀਰ ਬੱਬਰ ਸ਼ੇਰ ਨੇ ਤੇ ਅਸੀਂ ਇਹਨਾਂ ਦੇ ਬੱਚੇ ਵੀ ਸ਼ੇਰ ਆ। ਤੇ ਜਦੋਂ ਆਪਣੇ ਆਪ ਨੂੰ ਪਛਾਣ ਜਾਗੇ ਤੇ ਹਰ ਮੁੱਦੇ ਦਾ ਜਿਹੜਾ ਮਸਲਾ ਹੱਲ ਹੋ ਜਾਏਗਾ। ਜੈ ਸੰਤਾਂ ਦੀ, ਜੈ ਸਾਧੂਆਂ ਦੀ, ਜੈ ਮੁਰਸ਼ਿਦਾਂ ਦੀ। ਮੈਂ ਇਹਦੇ ਨਾਲ ਹੀ ਕਹਿਣਾ ਮੰਗਦਾ। ਸੋ ਪੂਰੇ 3 ਵਜੇ ਕੇ 5 ਮਿੰਟ ਦੇ ਅਸੀਂ ਇਸ ਪ੍ਰੋਗਰਾਮ ਨੂੰ ਵਿਰਾਮ ਦੇਣਾ ਹੈਗਾ, ਕਿਉਂਕਿ ਉਸ ਤੋਂ ਬਾਅਦ ਜਿਹੜੇ ਵਿਸ਼ਵ ਸੂਫੀ ਸੰਤ ਸਮਾਜ ਦੇ ਅਹੁਦੇਦਾਰ ਆ, ਇੱਧਰ ਸੂਫੀ ਫਕੀਰ ਸਭਾ ਪੰਜਾਬ ਦੇ ਅਹੁਦੇਦਾਰ, ਉਹਨਾਂ ਦੀ ਇੱਕ ਮੀਟਿੰਗ ਹੋਣੀ ਹੈ। ਉਸ ਤੋਂ ਬਾਅਦ ਸਾਰਿਆਂ ਨੇ ਆਪਣੇ ਆਪਣੇ ਸਥਾਨਾਂ ਤੇ ਵੀ ਜਾਣਾ ਹੈ। ਸੋ ਇਹਦੇ ਵਿੱਚ ਕੁਝ ਗੱਲਾਂ, ਕਿਉਂਕਿ ਗੱਲਾਂ ਵਿੱਚੋਂ ਗੱਲ ਨਿਕਲਦੀ ਹੈ, ਉਹਦੇ ਵਿੱਚ ਕੁਝ ਗੱਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨਾਗਾ ਸਾਹਿਬ ਵੀ ਆਪਾਂ ਇਹਨਾਂ ਸਥਾਨਾਂ ਨੂੰ ਰਹਿਮਤ ਦਾ ਸੋਚਿਆ ਦੇਖਦੇ, लेकिन साਡਾ थोड़ा शिकवा भी रहता है, सारा का नहीं थोड़ा रहता है तो इन्होंने दरबारा उत्ते ਜਿਹੜਾ ਸਾਡਾ ਹੋ ਗਿਆ ਸਾਡੀ ਮੀਟਿੰਗ ਦੀ ਸੱਭਿਆਚਾਰ ਦਾ ਲੀਡਰ ਸੀ, ਸੱਭਿਆਚਾਰ ਮਤਲਬ ਕਲਾਕਾਰ ਜਾਂ ਕੋਈ ਤਰ੍ਹਾਂ ਨਾਲ ਜੁੜੇ ਲੋਕਾਂ ਨੂੰ ਸ਼ਾਮਲ ਕਰਨਾ ਪੈਂਦਾ। ਉਹ ਜਿਹੜਾ ਇਹ ਹੈ ਕਿ ਜਿਹੜਾ ਸਿੰਗਰ ਭਾਈਚਾਰਾ, ਕਲਾਕਾਰ ਭਾਈਚਾਰਾ ਸਾਡੇ ਸਤਿਕਾਰਯੋਗ ਹੈ, ਪਰ ਜਦੋਂ ਇਹਨਾਂ ਡੇਰਿਆਂ ਤੋਂ ਆਜ਼ਾਦ ਹੋ ਕੇ ਕਾਮਯਾਬ ਹੋ ਕੇ ਇਹਨਾਂ ਡੇਰਿਆਂ ਉੱਤੇ ਬਾਅਦ ਵਿੱਚ ਜਦੋਂ ਕਿਤੇ ਫਕੀਰ ਨੂੰ ਜ਼ਰੂਰਤ ਪੈਂਦੀ ਹੈ, ਜਾਂ ਖਾਸ ਕਰਕੇ ਜਦੋਂ ਤੁਸੀਂ ਇਹ ਗੱਲ ਕਹੀ ਹੈ ਤੀਜੀ ਕੋਲੋਂ ਤਾਂ ਚੱਲਦੇ ਰਹਿੰਦੇ, ਚਲੋ ਉਹ ਫਕੀਰ ਜਿਹਦੇ ਜੋਗਾ ਹੈਲਪ ਕਰਦਾ ਵੀ ਹੈ, ਲੇਕਿਨ ਵੇਲੇ ਕਦੇ ਵੀ ਦਰਬਾਰਾਂ ਦੀ ਜਦੋਂ ਭੀੜ ਪੈਂਦੀ ਹੈ ਤੇ ਉਹ ਆਵਾਜ਼ ਕਿਤੇ ਦੇਖਣ ਨੂੰ ਨਹੀਂ ਮਿਲਦੀ। ਉਹ ਅਸੀਂ ਪਿੱਛੇ ਜੇ ਸਾਡੇ ਚੇਅਰਮੈਨ ਸਾਹਿਬ ਜਿੰਦਰਪਾਲ ਸ਼ਰਮਾ ਜੀ, ਜਿਹੜਾ ਕਿ ਸਾਡੇ ਲਈ ਸਾਡਾ ਹੈਡਕੁਆਰਟਰ ਲੁਧਿਆਣਾ ਦਰਬਾਰ ਜੋ ਚੜ੍ਹਦਾ ਸੀ, ਜਦੋਂ ਦਰਬਾਰ ਤੇ ਭੀੜ ਪਈ ਅਸੀਂ ਸਾਰੇ ਫਕੀਰ ਇਕੱਠੇ ਸੁਰਾਜੀ ਗੱਲ ਬੜੇ ਬਹੁਤ ਜਦੋਂ ਉਹ ਦਰਬਾਰ ਤੇ ਭੀੜ ਪਈ, ਕਿਉਂਕਿ ਸਾਡੇ ਜਿੰਦਰਪਾਲ ਜੀ ਬਾਬਾ ਬੋੜ ਨੇ ਕਿ ਖੁਦ ਆਪਣੇ ਆਪ ਚ ਕਾਨੂੰਨ ਦੀ ਕਿਤਾਬ ਨੇ, ਫਕੀਰਾਂ ਨੇ ਬਹੁਤ ਜ਼ੋਰ ਲਾਇਆ, ਬਹੁਤ ਲੜਾਈਆਂ ਲੜੀਆਂ, ਕੋਈ ਗੱਲ ਨਹੀਂ, ਜਿੱਦਾਂ ਹਾਰਾਂ ਨੂੰ ਦੇ ਰਹੀਆਂ ਬਹੁਤ ਸਾਡੇ ਅੰਦਰ ਜਿਹੜਾ, ਪਰ ਜਦੋਂ ਇੱਕ ਵਿਸ਼ੇਸ਼ ਭਾਈਚਾਰਾ ਨਹੀਂ ਪਹੁੰਚਿਆ ਉਦੋਂ ਸਾਡੇ ਅੰਦਰ ਸ਼ਿਕਵਾ ਜ਼ਰੂਰ ਪੈਦਾ ਹੋਇਆ। ਇਹ ਸਾਡਾ ਸ਼ਿਕਵਾ ਅਸੀਂ ਆਪਣੇ ਅਹੁਦੇਦਾਰਾਂ ਕੋਲ ਵੀ ਕੀਤਾ, ਸਾਡੇ ਚੇਅਰਮੈਨ ਸਾਹਿਬ ਨੇ ਸਾਡੇ ਕੋਲ ਸਾਰੀ ਗੱਲ ਰੱਖੀ ਜਾਣੀ ਹੈ। ਹਾਲਾਂਕਿ ਸਾਨੂੰ ਜ਼ਰੂਰਤ ਨਹੀਂ ਹੈ, ਪਰ ਜਦੋਂ ਦਰਬਾਰਾਂ ਤੇ ਸਟੇਜਾਂ ਤੇ ਸਾਡੀ ਫਕੀਰਾਂ ਦੀ ਉਸਤ ਪੜ੍ਹੀ ਜਾਂਦੀ ਹੈ, ਇਹਦਾ ਮਤਲਬ ਫਾਰਮੈਲਿਟੀ ਹੈ। ਇਹ ਗੱਲਾਂ ਦੇ ਜਵਾਬ ਦਿੱਤੇ ਜਾਂਦੇ ਆ ਸਾਡੇ ਫਕੀਰ ਜੀ ਬੈਠੇ ਆ, ਕਿਉਂਕਿ ਮੈਂ ਕੁਝ ਗੱਲਾਂ ਇੱਦਾਂ ਨਹੀਂ ਕਰਨਾ ਚਾਹੁੰਦਾ, ਕਿਉਂਕਿ ਇੱਕ ਸਾਡੇ ਦਾਸ ਹੈ, ਜੇ ਅਸੀਂ ਕਿਸੇ ਦਾ ਸ਼ਿਕਵਾ ਵੀ ਕਰਨਾ ਉਹਦੇ ਵੀ ਘੱਟ ਹੋਣਾ ਤਾਂ ਕਿ ਬੰਦਾ ਸਾਡੀ ਟੀਵੀ 'ਚ ਗੱਲ ਸੁਣ ਕੇ ਬਿਲਡਰ ਬੰਦੇ ਸਹੀ ਉਹ ਕਹਿ ਰਿਹਾ ਸਹੀ ਸ਼ਿਕਵਾ। ਸੋ ਮੈਂ ਆਪਣੀ ਆਵਾਜ਼ ਹੋ ਕੇ ਬੋਲਦਾ ਹੋਇਆ, ਕਿਉਂਕਿ ਜਿਹੜੇ ਸ਼ਿਕਵੇ ਵੀ ਚੱਲਦੇ ਰਹਿਣੇ ਆ, ਸਟੇਜ ਵੀ ਚੱਲਦੀ ਰਹਿਣੀ ਹੈ, ਕਿਉਂਕਿ ਅਜੇ ਸਕੱਤਰ ਜਨਰਲ ਮੇਰੀ ਡਿਊਟੀ ਬਣਦੀ ਹੈ ਸਟੇਜ ਨੂੰ ਕਈ ਤਰੀਕੇ ਨਾਲ ਚਲਾਉਣਾ, ਤੇ ਮੈਂ ਵਿਸ਼ਵ ਸੂਫੀ ਸੰਤ ਸਮਾਜ ਦੇ ਪ੍ਰਧਾਨ ਜੀ ਬਾਬਾ ਦੀਪਕ ਸ਼ਾਹ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਮੰਚ ਤੇ ਆਓ।
ਆਪਣੀ ਜੋ ਵੀ ਗੱਲਬਾਤ ਹੈਗੀ ਆ ਸਾਰਿਆਂ ਨੂੰ ਧੰਨਵਾਦ। ਬਾਬਾ ਜੀਤੋ ਸ਼ਾਹ ਜੀ ਭੁੱਲਰ ਤੋਂ। ਅੱਜ ਦਰਬਾਰ ਮਡਾਲੀ ਸ਼੍ਰੀ ਗਦੀਸ਼ ਨਸ਼ੀਨ ਸਾਈਂ ਲਾਗਾ ਸ਼ਾਹੀ ਕਾਲੀ ਚੱਕ ਝੰਡੂ ਭੋਗਪੁਰ ਉਹਨਾਂ ਦੀ ਹਜ਼ੂਰੀ ਵਿੱਚ ਬੈਠੇ ਜਿਹੜੇ ਵੱਖ-ਵੱਖ ਡੇਰਿਆਂ ਤੋਂ ਆਏ ਹੋਏ ਸੰਤ ਮਹਾਂਪੁਰਸ਼ ਅਤੇ ਮੇਰੀਆਂ ਮਾਤਾਵਾਂ ਭੈਣਾਂ ਮੇਰੇ ਵੀਰ, जिन्हों में विश्व सूफी संत समाज के रहनुमा साईं सोमनाथ सिद्धू जी कुंदेवाली सरकार अते विश्व सूफी संत समाज के चेयरमैन महंत नरेंद्रपाल शर्मा जी जो कि विश्व सूफी संत समाज के बाबा बोर्ड ने, और साडे प्रचारक बाबा शंगारा जी सुल्तानपुर तो, साडे जनरल सैकटरी सलीम सुल्तानी जी, बाबा सुरेंद्रपाल जी, और साडे सकत्तर बाबा सुरजीत सिंह जी जिला जलंधर तो पहुंचे, साडे देहाती प्रधान बाबा हरबंस लाल जी, और तहसील आदमपुर के प्रधान बाबा राम सिंह जी और राममूर्ति जी, ਵੱਖ-ਵੱਖ ਡੇਰਿਆਂ ਤੋਂ ਆਏ ਹੋਏ ਸੂਫੀ ਫਕੀਰ ਸਭਾ ਦੇ ਮੈਂਬਰ। ਮੈਂ ਇਹਨਾਂ ਦਾ ਇੱਥੇ ਪਹੁੰਚਣ ਤੇ ਦਿਲੋਂ ਧੰਨਵਾਦੀ ਹਾਂ ਅਤੇ ऋणी ਹਾਂ। ਔਰ ਫਕੀਰਾਂ ਤੋਂ ਇਲਾਵਾ ਸਾਡੇ ਜੋ ਪ੍ਰੈਸ ਮੀਡੀਆ ਤੋਂ ਆਏ ਨੇ, ਸਾਡੇ ਬਾਬਾ MP ਸਾਈਂ ਜੀ, ਇਹਨਾਂ ਦਾ ਵੀ ਇੱਥੇ ਪਹੁੰਚਣ ਲਈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਅਤੇ ਸੁੱਖਾ ਬਸ਼ਰ ਜੀ ਪੰਜਾਬ ਲਾਈਵ TV ਤੋਂ, ਇਹਨਾਂ ਦਾ ਵੀ ਇੱਥੇ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਤੇ ऋणी ਹਾਂ। ਔਰ ਮੈਂ ਆਪਣੇ ਜੋ ਸਾਡੇ ਵਿਸ਼ਵ ਸੂਫੀ ਸੰਤ ਸਮਾਜ ਦੇ ਸੂਫੀ ਫਕੀਰ ਸਭਾ ਪੰਜਾਬ ਵਿੱਚ ਪਹੁੰਚੇ ਸਾਡੇ ਨਵੇਂ ਡੇਰੇਦਾਰ, ਇਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਮੈਂ ਤੁਹਾਡਾ ਸੇਵਾਦਾਰ ਵੀ ਅੱਜ ਹੁਣ तक विश्व सूफी संत समाज के नाल आउण दा रिकॉर्ड साडे नाल 4000 के करीब डेरा जो जुड़ चुका है। और मैं तुहाडा सेवादार जो भी डेरिया ते जाके ਵੱਖ-ਵੱਖ डेरिया ते जाके जो सेवा करदा हाँ, इस चीज़ का मैनूं जिस भी डेरिया ते मैं गया अज जिस तरह की साडे नाल दरबार मडाली शरीफ तो साईं उदय शाह जी, बटाले तो साईं शीशा जी, पठानकोट तो साईं विशनदास जी, अमृतसर तो बाबा करतार शाह जी, और राम शरीफ तो बाबा जी, पटियाले तो बहुत पटियाले के करीब 300 से 400 के करीब डेरा जो साढ़े नाल पटियाले जुड़िया वा। उस तो जिद्दां ही आपां पटियाले तो चलते होंदे आ, अमृतसर तक जाते जी बहुत डेरे जो पंजाब दे विच साडे नाल जुड़ चुके हैं। तो मैं बाकी भी जिहड़े नहीं भी जुड़े, मैं उन्होंने भी बेनती करता हाँ कि विश्व सूफी संत समाज के नाल चाहे पंजाब फकीर सभा के नाल जुड़ो, ताकि जो डेरिया से आने वाली मुश्किल आया उन्होंने जल्द तो जल्द जोड़े हल हो सकन। असीं डेरिया से जाते हाँ, बहुत जगह डेरिया से जितने भी सारिया मीटिंग आती है, बहुत बड़े पद्धर से सारे फकीर भी इकट्ठे होते हैं। तो मैं ਵੱਖ-ਵੱਖ डेरिया तो आईया हुई मुश्किलों के उन्होंने जो भी जिस तरह की साड़ी रहनुमा और सारे चेयरमैन साहब, सारे जनरल सैकटरी, जो भी सारी टीम आ, जिस तरह के उसका फैसला लेते हैं कि असी पहले आधार पर उन्होंने कोशिश करते हैं कि जल्द तो जल्द जो हल हो सकन। तो यही मैं गुजारिश फकीर सभा पंजाब साईं उजागर शाह जी को करूँगा कि जो कि विश्व सूफी संत समाज या फकीर समाज के साढ़े झंडे एजेंडे साढ़े एक हैं, तो फिर सानू ਵੱਖ-ਵੱਖ
डेरिया में जाके प्रचार करने की जरूरत नहीं, ना कि असं ये प्रचार जो आ असं एक झंडे थले और झंडे थले करिए। इन्नियां की गल्लां कहता मैं कि माता जा श्री राम धन्यवाद। बहुत ही जरूरी गल्ला क्योंकि साई जगत शाह जी काले जी जिदा कि दीपक शाह जी ने दसिया भाई कि डेरेदार कोई छोटा बड़ा नहीं था सलमान ने, लेकिन जो जो गल करनी होती है तो दसना पैदा भाई वो डेरे भी नाल विश्व गुरु का समाजा जी का बन चुके हैं, जिन्होंने डेरिया का एक अपना मुकाम है, अपना एक स्थान है। क्योंकि समा वो नहीं रहा, समाज इस तरीके का आ गया जो चार भरा कट्ठे हैं तो ताकत है, जो कले कले आता भाई पर पता ही गल नहीं की जा सकती। क्योंकि पिछले दिन देखने को आया कि डेरिया का जो पीड़ा पैनिया ने उस फकीर जाके पता करो जो अपने उधर से बह के इबादत करता है, लेकिन जो कोर्ट कचहरी खाने चक्कर वाले कहते हैं 2-2 घंटे बेच होना पैदा है तो उन्होंने बाहर पड़ने वाला कोई नहीं होता। इस करके विश्व सूफी समाज है, कोई की सभा समाज है, कोई जगह सभावां होनी चाहिए पत्थर होगी जी मां बन जाए, क्योंकि फकीर की समस्या एक फकीर मदद करता। मैनू राज साहब पिछले दिन फोन आया कि सुल्तानी साहब मसला सियासी तो नहीं हो गया, साईं जगत शाह जी ध्यान देकर थोड़ा जिहा बहुत गल कह रही है। मैं कहा जी ਤੁਹਾਡਾ ਕਹਿਣ ਦਾ ਭਾਵ ਕੀ ਹੈ? ਕਹਿੰਦਾ ਜੀ ਵਿਸ਼ਵ सूफी संत समाज का सियासी कोई की होगा। मैं 2 मिनट ਤੁਹਾਡੇ ਕੋਲ ਕਿਰਪਾ ਨਾਲ ਜਾ ਕੇ ਸੁਣਾ। विश्व सूफी संत समाज की महापुरुषों गल्ला यही है विश्व सूफी संत समाज का कभी हमें शांति का काम करना। अज भी तुम देख लो वक्त-वक्त धर्मां के वर्गां के लोग एक मंच से बैठे ने, यही तो विश्व सूफी संत समाज का कला एक काम मिलता है, नाम थोड़ी लेते हैं दबाव के लिए कोई बैठ के कर रहे हैं। इससे कोई कुछ नहीं, कोई जात पात नहीं, जिसका बाबा जी ने दसिया प्रदीप जी ने। हाँ जी, वो मैं गल कहने का मतलब है क्योंकि जितने गल होनी मीटिंग जो चलती थी बाबा जी कहते जितने यही खानी तो गल नहीं बनती है। गल यह जितने तुम काम करते तो लोग नहीं सच करने वाले नहीं होते, साढ़े कमियां करने वाले होते हैं, लेकिन वही बंदे सानू सिखाते हैं। सो मेरी उस बंदे को गल का जवाब कोई सीधा वीर असीं किंग नहीं बनना, असीं किंग मेकर बनना, क्योंकि मौके का बादशाह विश्व सूफी संत समाज का कोई संत समाज वो हेडक्वार्टर जो चाह पीना जाऊगा गल्लां सुनना जाऊगा तो मेरे सामना वो समाज की अपने आप ही बढ़ी जानी है, क्योंकि कुछ चीज़ां चल के नहीं हुई, कुछ चीज़ां दिखा के हो जानी। और मैं इन्हां शब्दां नाल साडे बहुत ही सत्कारयोग साडे बुजुर्ग बाबा निंद्रपाल शर्मा जी चेयरमैन साहब उन्होंने बेनती करूँगा कि वो मंच पर आके विश्व सूफी संत समाज के इतिहास और अज के काम और गांव ही करने के बारे में मैं
मैं तो मैं बैठा जो इस कार्य में मैं सर्वोच्च करता हूँ मैं सारे साल में पूरे जमाना क्या होता है बाबा बता नहीं मैं नाम है बाबा बंदा का नाम मेरे चल तो हम लोग बताते हैं जो गुरु ने मर्दा को की कैसे तब लगा तो उन्हें जो इंडिया में बताया कल बोलना मिल गया उन्हें बोलना है कल बहुत बार मत पड़ा करके ले लिया कोई परमात्मा को हिंदुस्तान को आता कल बात 70% पहले के पंजाब में 70% लगा पंजाब में जो लोग फसल करता है सरकार के दूसरे लोग बातों और आप मान के लोग कुछ कच्चे हो गए जो मेरे साथ है जो कुछ लोग इस काम क्या करो और बाबा जी ने दूसरा मेरा मेन मकसद की है सारे लोग तो घूमे जो बहुत सारे कच्चे होकर सरकार देगा जागता करेंगे जागता करके चंडीगढ़ पर छप्पर बनाएंगे चंडीगढ़ अपनी जगह में चंडीगढ़ अपना हेलीकॉप्टर बनाएंगे तब अपना छप्पर रखा मारा करो शुरू में काम जब छोड़ा करते हैं सारा पता चलेगा लोगों को बड़ी मकसद तो जब आप सादा छोड़ा सादा करते हो कोई बेरोजगार नहीं से नहीं होगी कोई बेरोजगार नहीं घर जाके पढ़ा नहीं सकता कोई काम तो रोजगार कर नहीं सकता सादा आंगन में सारा काम कर होगा ऐसा क्यों बोल रहा है कोई लोगों ने बोला कि कच्चे होते हैं लेकिन कुछ आया नहीं केवल तो लेने जाके कब्जा कर लेते हैं छोटे बच्चों ये कहानी हिम्मत करो मेरे बेटा के साथ बैठे जो लोग दूसरे लोग कर रहा है अलग दूसरों को नहीं लोग नहीं मिला कर रहा है तो मेरे काम उसका अपने जो काम नहीं खोलना नहीं जिन्हें भी कार्य के साथ कर रखो जे करके दास्तान की ना मतलब तो कहीं भागी तो वो काम जो छोड़ करके कमेटी में बोले छोड़ कुछ नहीं कर रही क्योंकि थोड़ी बहुत आ नहीं करेगी जब करके तो मैंने तो अपने सारे ठीक करो जो मशीन कच्चे हो गए थोड़े संसार बना के अरे मुझे क्यों तो जाना सीख रहे हैं बाबू साहब भी हो गए वो बार वाली सरकार के लोग हम मोहल्ले में 2 किलो जमीन आसमान का दिया छोड़ने होता है 2 किलो जमीन आसमान का जो सरकार में नहीं जो छात्र जो बच्चों का समाज है उसका हेड ऑफ स्टडी होना चाहिए जो भी मुझे सबसे बड़ा में जो तो सरकार ने हम सारे उसमें जाके उसमें तो बात करेगा नहीं सारे नियम बात सुनिए है कि पूरी जनता का सीखा के कच्ची करके ऐसे सरकार ने पर उसे दफ्तर हेड ऑफ स्टडी कर पाएंगे कि वो भी तो वकील से ले उनको कितनी बात तो कानूनी डॉक्टर ने लड़ाई लड़ाने जब कुछ हम कोई काम करने चाहिए सारा संसार का तरह तो इसका के थोड़ी करना नहीं है स्वागत है आप लोग तो कि हम तकरीबन करोड़ों माफी वाले लेके जाना है सुपर वजह जो बेनती है कि वो वो मेरे अच्छे नेता ने साढ़े विश्व सुनी समाज ये प्रोग्राम को दुनिया के कोने कोने तक शाम तक पहुंचा दियो और मेरे नाना साढ़े दोनों शाह जी बाबा जी और रामेश शाह जी अली शाह जी वो जो पहुंचे ने और उन्होंने नाले पंजाब लाइव थोड़ा चैलेंज आया है सो जो बाबा जी ने गल की है चेयरमैन साहब ने जो बादल सरकार थी कि करुण शाह जी मैं गल एम करके उनको बात माफी कर रही हैं देखो जो मुख्य बुलारा बोल के हट जाना होगा जी उस तो बाद मैं साईं जगत शाह जी को बेनती करनी है क्योंकि उन्होंने दरबार से उन्होंने अज रहनुमाई जी चल रही है वो एक भूमिका होती है उधर सिस्टम नाल स्टेज लाई जाती है सरजीत जी बेटे ने बहुत सारी इन्होंने लाइया ने क्योंकि बुलाने का समा समाप्त हो गया क्योंकि इन्होंने गल बहुत जरूरी दस के चेयरमैन साहब कि इन्होंने जगत शाह जी 2016 से जदोजहद विश्व सुनी संत वाले जो चुकिया कि इन्होंने कहा कि बादल साहब तुम सारिया यादगार बना दी देखो है पंडित मैं हैरान हो गया है पंडित इन्होंने कहा सूफिया की यादगार क्यों नहीं बनाई जो ताड़ी मारो वाले सोचते और साढ़े मुस्लिम लीडरशिप के लोग थी उन्होंने भी बादल साहब तक गल लेके गए जो इन्होंने कहा तो बेटा इधरों तो बढ़ोगी इन्होंने ऐसिया घिटियां लगाइया कि मौके के बादशाह का विश्व सुनी संत समाज का ना पर मैं कोई एमएलए थी ना कोई एमपी थी फिर भी जो
चलो सानू बड़ी नॉलेज नहीं सी कई अब तो काम बता दी गलत वो कागजात के जड़ी कभी करके साडा वो मिशन अधूरा रह गया लेकिन पूरा कर लेना हो सकता जे साडे इंडियन संत महापुरुष तरफ है हो सकता इन्हां दिनां च काम पूरा हो जाए योगदान करें विश्व पूरी संत समाज और पूरी की सेवा पंजाब बना के तो हम मैं बेनती करूंगा साईं जगतदास जी तो दुआ पढ़ के इस प्रोग्राम को समाप्ति से ले गए तेरी रहमत तेरी रज़ा तेरा हुक्म मेरे बाबा गुलामी शासन मेरे दादा बोले सजद शोर और बुल्ले शाह बात नकुल के विषय मिला दिया दरबार फौजाया नाम फौजाया निशान फौजाया असली थाने दरवेश असली थाने ऊपर इस संगता ने भी दरवेश ना दुनिया भी हुआ इस दरबार के बेचारियां असली नारुना के बाद के दुआ करते सारे चरणों दे विच ये वहां बहुत राजी खुशी है इन्हां दे सिर ते हाथ रखियो जिस भी कर्मकार के वहां हाथ पाउंदे जो भी फकीर आया शांत फकीर सब एक कोई फर्क साढ़े लिए सब एक जो बीबियां आ कोई साढ़े लिए सब एक कोई दरबार के भारत इन्हां फकीरां की सारी भेद दाता जी तुसी इन्हां दे सिर ते अपना हाथ रखियो लाल तक रखियो सुख शांति बख्शो दुखा को दर्दा को दुश्मन को इन्हां दे दुश्मन को भी इन्हां नो हक दे रखियो रहमत बख्शो असली थारे चरण से बड़े आस सरगम शेख और बुजुर्ग शाह पानी नकुल तेरी शाह ये नींदा दिया ये रचना दिया ये दरबार थोड़ा नाम थोड़ा इसकी दाके असली ये दुआ असली ये ना रूहां से वास्ते पाटे चलना से लेकर हालत कर रहे हैं उसकी मंजूर करो तेरा रूहां अच्छी तरह के नाल चंगी तरह के नाल इन्होंने खुशियां बख्शियां जो इन्होंने मनोकामना पूरियां वो खुशी कर दिया जो भी इन्होंने हुक्म होवे असी हाथ जोड़ के अरदास करते हैं असी तुम्हारे हुक्म जरूर मना जो भी हुक्म करके असी मना के दास रमन ये रहमत दाता की बेपरवाह रहमत मालिक जो कुछ दाता की इस दुनिया के ऊपर कष्ट उठाए वो कोई उठा नहीं एडे कष्ट उठाए पैरों के ऊपर क्या रखते देखो बड़े बड़े कष्ट चले कि मेरा पूरा कष्ट असली ना नहीं ले सकते सारी संगत को मंगते हैं ये छात्रों को दर्द बोल हुआ हो गया को भी माफी मांगते हैं ये को छात्रों दर्द बोया हुए तो माफ कर एक भारत सरकार को अखबार जो रजिस्टर करवानी होवे ये मुल्क कितनी नस्बत है ये प्राचीन अखबार आज विश्व पूरी संस्थान डेडिकेट की गई है कि फकीरां के आर्टिकल कुछ बदलाए जाएंगे मैं वहां कुछ आर्टिकल पढ़ो सारे इधर बाबा जी पढ़ा देगी बैठे रहंदे हो ਤੁਸੀਂ ਜੇਲ੍ਹ ਦਾ ਸਾਹ ਕਰੋ ਆਲਮ ਖਵਾਰਾ ਬਾਬਾ ਜੀ ਅਰਮਣ ਖੋਲ ਲੋ
ਖੋਲ ਬਣਾ ਸਾਰੇ ਆਏ ਬਾਬਾ ਜੀ ਖੋਲ ਬਣਾ ਸੈਟ ਹੀ ਆ ਕੰਮ ਬਸ ਸਹੀ ਆ ਇੱਕ ਮਿੰਟ ਭਾਈ ਬਿਲਕੁਲ ਕੀ ਗੱਲ ਹੈ ਅੱਜ ਜੋ ਸਾਡੇ ਐਕਟਰ ਸਾਈਂ ਜੀ ਮਾਨਵਵਾੜੀ ਤੋਂ ਆ ਇਹ ਬੜੇ ਪੁਰਾਣੇ ਮਿੱਤਰ ਸਾਡੇ ਮੀਡੀਆ ਨਾਲ ਜੁੜੇ ਆ ਕਾਫੀ ਸਮੇਂ ਤੋਂ ਅੱਜ ਇਹਨਾਂ ਦੀ ਅਖਬਾਰ ਆ ਇਹਨਾਂ ਨੇ ਆਪਣੀ ਅਖਬਾਰ ਸ਼ੁਰੂ ਕੀਤੀ ਆ ਜੋ ਬਿਲਕੁਲ ਜੀ ਵਿਸ਼ਵ ਸੂਫੀ ਸੰਤ ਸਮਾਜ ਔਰ ਫਕੀਰ ਸਭਾ ਦੇ ਜਿਹੜੇ ਨੁਮਾਇੰਦੇ ਨੇ ਬਿਲਕੁਲ ਆਪਣੇ ਨਾਲ ਮੌਜੂਦਾ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਕਿ ਮੀਟਿੰਗ ਦਾ ਮੁੱਦਾ ਅੱਜ ਕੀ ਸੀ ਔਰ ਕਿਹੜੇ ਕਿਹੜੇ ਟੀਚੇ ਆ ਜਿਹੜੇ ਮਿੱਥੇ ਗਏ ਆਪਣੇ ਨਾਲ ਸਲੀਮ ਸੁਲਤਾਨੀ ਜੀ ਜਿਹੜੇ ਮੌਜੂਦਾ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਪੰਜਾਬ ਲਾਈਵ ਨੂੰ ਬਹੁਤ ਬਹੁਤ ਧੰਨਵਾਦ ਔਰ ਸਾਡੇ ਵੱਲੋਂ ਮੁਬਾਰਕਬਾਦ ਵੀ ਆ ਕਿਉਂਕਿ ਉਹ ਅੱਜ ਇੱਥੇ ਪਿੰਡ ਚੱਕ ਝੰਡੂ ਦਰਬਾਰ ਮਰਾਲੀ ਸ਼ਰੀਫ ਵਿਖੇ ਇੱਥੇ ਪਹੁੰਚੇ ਨੇ ਸੋ ਜਿਵੇਂ ਤੁਸੀਂ ਪੁੱਛਿਆ ਵੀ ਅੱਜ ਦੇ ਕੀ ਏਜੰਡੇ ਨੇ ਏਜੰਡੇ ਬਿਲਕੁਲ ਕਲੀਅਰ ਨੇ ਵਿਸ਼ਵ ਸੂਫੀ ਸੰਤ ਸਮਾਜ ਦੇ ਏਜੰਡੇ ਹੈ ਕਿ ਜਿਹੜੇ ਫਕੀਰਾਂ ਦੇ ਭਖਦੇ ਮਸਲੇ ਨੇ ਉਹਨਾਂ ਨੂੰ ਹੱਲ ਕਰਾਉਣ ਲਈ ਅੱਜ ਵਿਚਾਰ ਵਟਾਂਦਰਾ ਮੀਟਿੰਗ ਰੱਖੀ ਗਈ ਸੀ ਔਰ ਨਾਲ ਹੀ ਕਿਉਂਕਿ ਤੁਹਾਨੂੰ ਪਤਾ ਜੋ ਵਿਸ਼ਵ ਸੂਫੀ ਸੰਤ ਸਮਾਜ ਨੇ 2016 'ਚ ਇੱਕ ਬੀੜਾ ਚੁੱਕਿਆ ਸੀਗਾ ਵੀ ਇੱਕ ਇਹਨਾਂ ਦਾ ਵੀ ਸੈਂਟਰ ਹੋਣਾ ਚਾਹੀਦਾ ਹੈੱਡਕੁਆਟਰ ਹੋਣਾ ਚਾਹੀਦਾ ਪੂਰੇ ਵਿਸ਼ਵ ਪੱਧਰ ਦਾ ਉਹਦੇ ਬਾਰੇ ਵੀ ਵਿਚਾਰ ਵਟਾਂਦਰਾ ਕੀਤੀਆਂ ਅਤੇ ਮੌਕੇ ਦੀ ਸਰਕਾਰਾਂ ਤੋਂ ਅਸੀਂ ਉਹ ਆਪਣੀ ਮੰਗ ਲੈ ਕੇ ਜਾਣੀ ਆ ਕਿਉਂਕਿ ਉਹ ਹੈੱਡਕੁਆਟਰ ਕੋਈ ਛੋਟੀ ਮੋਟੀ ਜਗ੍ਹਾ 'ਚ ਨਹੀਂ ਬਣਨਾ ਉਹ ਏਕੜਾਂ ਦੇ ਹਿਸਾਬ ਨਾਲ ਬਣਨਾ ਉਹ ਅੱਜ ਅਹਿਮ ਮੁੱਦਾ ਸੀਗਾ ਅਤੇ ਜਿਹਦੇ ਵਿੱਚ ਸਾਈਂ ਉਜਾਗਰ ਸ਼ਾਹ ਜੀ ਸਾਡੇ ਗੱਦੀਨਸ਼ੀਨ ਇੱਥੇ ਦਰਬਾਰ ਤੋਂ ਉਹਨਾਂ ਦੀ ਫਕੀਰ ਸਭਾ ਨੇ ਵੀ ਸਾਨੂੰ ਪੂਰਾ ਸਮਰਥਨ ਦਿੱਤਾ ਵਾ ਵੀ ਉਹ ਇੱਦਾਂ ਦੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਜਿੱਦਾਂ ਦੇ ਮਸਲੇ ਹੈਗੇ ਆ ਉਹ ਵਿਸ਼ਵ ਸੂਫੀ ਸੰਤ ਸਭਾ ਨਾਲ ਮੋਢੇ ਨਾਲ ਮੋਢਾ ਲੱਗ ਕੇ ਚੱਲਣਗੇ ਔਰ ਸਲੀਮ ਜੀ ਇੱਕ ਇੱਥੇ ਹੋਰ ਗੱਲ ਆਉਂਦੀ ਹੈ ਜਿਵੇਂ ਵਿਸ਼ਵ ਸੂਫੀ ਸੰਤ ਸਮਾਜ ਦੀ ਜਾਂ ਫਕੀਰ ਸਭਾ ਦੀ ਗੱਲ ਕਰਦੇ ਆ ਆਪਣੇ ਨਾਲ ਕਿੰਨੇ ਕੁ ਪੰਜਾਬ ਦੇ ਜਿਹੜੇ ਡੇਰੇ ਹੈਗੇ ਆ ਜਿਹੜੇ ਜੁੜ ਚੁੱਕੇ ਨੇ ਉਹ ਸਾਡੇ ਪ੍ਰਧਾਨ ਜੀ ਨੇ ਗੱਲ ਕਲੀਅਰ ਵੀ ਕਰ ਦਿੱਤੀ ਆ ਵੀ 4000 ਤੋਂ ਉੱਪਰ ਸਾਡੇ ਨਾਲ ਡੇਰਾ ਪੂਰੇ ਪੰਜਾਬ ਵਿੱਚ ਜੁੜ ਚੁੱਕਾ ਹੈਗਾ ਕਿਉਂਕਿ ਅਸੀਂ ਹਾਂਜੀ ਡੇਰਾ ਹੈਗਾ ਵਾ ਅਤੇ ਕਿਉਂਕਿ ਤੁਸੀਂ ਪੰਜਾਬ ਵਿੱਚ ਇੱਕ ਸਰਵੇ ਕਰਾ ਲਓ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਡੇਰੇ ਨੇ ਲੇਕਿਨ ਉਹਨਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਸੀ ਉਹ ਸਾਡੇ ਜਿਹੜੇ ਬਜ਼ੁਰਗ ਸਾਡੇ ਨਿੰਦਰਪਾਲ ਸ਼ਰਮਾ ਜੀ ਜਿਨ੍ਹਾਂ ਨੇ 20-25 ਸਾਲ ਤੋਂ ਬੀੜਾ ਚੱਕਿਆ ਸੀ ਉਸ ਤੋਂ ਬਾਅਦ ਉਹਦੇ ਵਿੱਚ ਫੈਰਿਸਟ ਵਿੱਚ ਸਾਡੇ ਉਜਾਗਰ ਸ਼ਾਹ ਜੀ ਕਾਦਰੀ ਇਹਨਾਂ ਨੇ ਵੀ 2005 ਵਿੱਚ ਇੱਕ ਬੀੜਾ ਚੱਕਿਆ ਸੀ ਉਸੇ ਕਦਮਾਂ ਨੂੰ ਅਸੀਂ ਚੱਲਦੇ ਹੋਏ ਸਾਡੇ ਬਾਬਾ ਦੀਪਕ ਸ਼ਾਹ ਜੀ ਪ੍ਰਧਾਨ ਸਾਹਿਬ ਔਰ ਮੈਂ ਜਨਰਲ ਸੈਕਟਰੀ ਸਾਡੇ ਰਹਿਨੁਮਾ ਕੁੱਲੇ ਵਾਲੇ ਜੀ ਉਹ ਸਾਨੂੰ ਨਾਲ ਲੈ ਕੇ ਚੱਲਦੇ ਪਏ ਆ ਅਤੇ ਅਸੀਂ ਡੇਰਿਆਂ ਨੂੰ ਵੱਧ ਤੋਂ ਵੱਧ ਜੋੜ ਰਹੇ ਹਾਂ ਅੱਜ ਉਹਦਾ ਸਾਨੂੰ ਭਰਮਾ ਹੁੰਗਾਰਾ ਵੀ ਮਿਲ ਰਿਹਾ ਡਿਵੈਲਪਮੈਂਟ ਵੀ ਹੋ ਰਹੀ ਹੈ ਔਰ ਦੋਸਤੋ ਜਿੱਥੇ ਇੱਥੇ ਫਕੀਰਾਂ ਦਾ ਜਿਹੜਾ ਇੱਕ ਬਹੁਤ ਵੱਡਾ ਹਜ਼ੂਮ ਜਿਹੜਾ ਹੈ ਇੱਥੇ ਉੱਥੇ ਨਾਲ ਪ੍ਰਧਾਨ ਜਿਹੜੇ ਬਾਬਾ ਦੀਪੂ ਜੀ ਉਹ ਵੀ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬਾਬਾ ਜੀ ਇਹ ਦੱਸੋ ਕਿ ਸਭ ਤੋਂ ਪਹਿਲਾਂ ਵੀ ਜਿੱਦਾਂ ਪੰਜਾਬ ਦੇ ਜਿਹੜੇ ਫਕੀਰ ਨੇ ਫਕੀਰਾਂ ਦਾ ਇੱਕ ਬਹੁਤ ਵੱਡਾ ਰੁਤਬਾ ਹੁੰਦਾ ਅਤੇ ਸਮਾਜ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਲੈਵਲ ਮੰਨਿਆ ਜਾਂਦਾ ਕਿਉਂਕਿ ਲੋਕ ਜਿਹੜੇ ਨਤਮਸਤਕ ਹੁੰਦੇ ਉਹਨਾਂ ਨੂੰ ਅਤੇ ਪੰਜਾਬ ਦੇ ਵਿੱਚ ਇਹੋ ਜਿਹੀ ਕਿਹੜੀ ਜ਼ਰੂਰਤ ਪੈ ਗਈ ਕਿ ਆਪਾਂ ਨੂੰ ਇਹ ਸਭਾ ਬਣਾਉਣ ਦੀ ਲੋੜ ਪਈ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਜੈ ਮਾਤਾ ਜੈ ਮਸਤਾ ਜੀ ਮੈਂ ਦੀਪਕ ਸ਼ਾਹ ਪ੍ਰਧਾਨ ਵਿਸ਼ਵ ਸੂਫੀ ਸੰਤ ਸਮਾਜ ਔਰ ਦਰਬਾਰ ਮਡਾਲੀ ਸ਼ਰੀਫ ਚੱਕ ਝੰਡੂ ਭੋਗਪੁਰ ਜਿਨ੍ਹਾਂ ਦੇ ਗੱਦੀ ਨਿਸ਼ਾਨ ਸਾਈਂ ਉਜਾਗਰ ਸ਼ਾਹ ਜੀ ਅੱਜ ਸਾਂਝੇ ਤੌਰ ਤੇ ਇੱਕ ਸਾਡੀ ਫਕੀਰ ਸਭਾ ਪੰਜਾਬ ਔਰ ਵਿਸ਼ਵ ਸੂਫੀ ਸੰਤ ਸਮਾਜ ਦੀ ਇੱਕ ਮੀਟਿੰਗ ਪੰਜਾਬ ਦੇ ਮੇਨ ਅਹੁਦੇਦਾਰਾਂ ਵਿੱਚ ਕੀਤੀ ਗਈ ਜਿਸ ਵਿੱਚ ਕਈ ਸਾਡੇ ਅਹਿਮ ਫੈਸਲੇ ਸੀਗੇ ਜਿਹੜੇ ਅੱਜ ਲਏ ਗਏ ਔਰ ਜਿਸ ਤਰ੍ਹਾਂ ਕਿ ਤੁਸੀਂ ਸਵਾਲ ਕੀਤਾ ਕਿ ਵਿਸ਼ਵ ਸੂਫੀ ਸੰਤ ਸਮਾਜ ਨੂੰ ਫਕੀਰਾਂ ਦੇ ਡੇਰਿਆਂ ਦਾ ਇਕੱਠ ਕਰਨ ਦੀ ਜ਼ਰੂਰਤ ਕੀ ਪਈ ਹੁਣ ਤੱਕ ਕਈ ਡੇਰੇਦਾਰ ਸਾਡੇ ਇੱਦਾਂ ਦੇ ਹੁੰਦੇ ਆ ਜਿਹੜੇ ਕਿ 20-20 ਸਾਲ ਤੋਂ 30-30 ਸਾਲ ਤੋਂ ਆਪਣੀ ਸਾਰੀ ਜ਼ਿੰਦਗੀ ਉਸ ਡੇਰੇ 'ਤੇ ਗਾਲ ਦਿੰਦੇ ਆ ਉਹਨੂੰ ਆਬਾਦ ਕਰਨ ਵਾਸਤੇ ਔਰ ਕੁਛ ਕਮੇਟੀਆਂ ਬਣਦੀਆਂ ਜਾਂ ਕੁਛ ਸ਼ਰਾਰਤੀ ਅਨਸਰ ਪਿੰਡਾਂ ਦੇ ਵਿੱਚ ਉੱਠਦੇ ਆ ਜਿਹੜੇ ਉਹਨੂੰ ਕਹਿੰਦੇ ਵੀ ਜਦੋਂ ਉਹ ਡੇਰਾ ਆਬਾਦ ਹੋ ਜਾਂਦਾ ਜਾਂ ਉੱਥੇ ਚੜਾਵਾ ਜ਼ਿਆਦਾ ਹੋ ਜਾਂਦਾ ਉਹਨੂੰ ਕਹਿੰਦੇ ਵੀ ਤੇਰੀ ਹੁਣ ਇੱਥੇ ਜ਼ਰੂਰਤ ਨਹੀਂ ਹੈਗੀ ਅਤੇ ਸਾਡੀ ਜੋ ਵੀ ਇਹ ਜਗ੍ਹਾ ਹੈ ਪਿੰਡ ਦੀ ਕਮੇਟੀ ਜੋ ਵੀ ਇਹਦਾ ਫੈਸਲਾ ਕਰੇਗੀ ਵੀ ਇੱਥੇ ਤੂੰ ਰਹਿਣਾ ਕਿ ਨਹੀਂ ਰਹਿਣਾ ਇਸ ਕਰਕੇ ਕੁਛ ਇਹ ਮੁਸ਼ਕਲਾਂ ਸੀ ਕੁਛ ਸਾਡੇ ਡੇਰਿਆਂ ਦੀਆਂ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਆ ਜਿਸ ਤਰ੍ਹਾਂ ਕਿ ਸਾਡੇ ਕਈ ਡੇਰਿਆਂ ਦੇ ਰਸਤੇ ਨਹੀਂ ਬਣੇ ਹੋਏ ਕਈ ਡੇਰਿਆਂ ਦੇ ਉੱਤੇ ਬਹੁਤ ਸਾਡੇ ਡੇਰੇਦਾਰਾਂ ਨੂੰ ਐਲੀਗੇਸ਼ਨ ਲੱਗਦੇ ਆ ਉਹਦੀਆਂ ਮੁਸ਼ਕਲਾਂ ਨੇ ਜਿਸ ਵਾਸਤੇ ਵਿਸ਼ਵ ਸੂਫੀ ਸੰਤ ਸਮਾਜ ਦਾ ਗਠਨ ਕੀਤਾ ਗਿਆ ਔਰ ਮੈਂ 2013 ਤੋਂ ਜੋ ਉਦੋਂ ਦੀ ਮੈਨੂੰ ਸੇਵਾਦਾਰ ਬਣਾਇਆ ਆ ਉਦੋਂ ਦੀ ਔਰ ਸਾਈਂ ਸਾਡੇ ਸਰਪ੍ਰਸਤ ਸਾਈਂ ਸੋਮਨਾਥ ਸਿੱਧੂ ਜੀ ਕੁੱਲੇ ਵਾਲੀ ਸਰਕਾਰ ਜਿਨ੍ਹਾਂ ਦੀ ਰਹਿਨੁਮਾਈ ਹੇਠ ਅਤੇ ਸਾਡੇ ਚੇਅਰਮੈਨ ਨਰਿੰਦਰਪਾਲ ਸ਼ਰਮਾ ਜੀ
ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਵਿਸ਼ਵ ਸੂਫੀ ਸੰਤ ਸਮਾਜ ਦੇ 4000 ਤੋਂ ਆਉਣ ਦਾ ਰਿਕਾਰਡ ਸਾਡੇ ਕੋਲ 4000 ਤੋਂ ਉੱਪਰ ਡੇਰਾ ਆ ਜੋ ਸਾਡੇ ਨਾਲ ਜੁੜ ਚੱਕਾ। ਔਰ ਸਾਡੇ ਜਿਸ ਤਰ੍ਹਾਂ ਸਾਡੀ ਟੀਮ ਕੰਮ ਕਰ ਰਹੀ ਆ, ਸਾਡੇ ਜ਼ਿਲ੍ਹਿਆਂ ਦੇ ਵਿੱਚ, ਸਾਡੀਆਂ ਤਹਿਸੀਲਾਂ ਦੇ ਵਿੱਚ ਸਾਡੀਆਂ ਵੱਖ-ਵੱਖ ਟੀਮਾਂ ਬਣ ਰਹੀਆਂ ਹਨ ਤੇ ਜਿਸ ਤਰ੍ਹਾਂ ਕਿ ਇਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਅਸੀਂ ਚੱਲ ਰਹੇ ਹਾਂ, ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਨਾਲ ਬਹੁਤ ਜ਼ਿਆਦਾ ਤਾਦਾਦ ਤੇ ਜੋ ਡੇਰੇ ਆ ਸਾਡੇ ਨਾਲ ਜੁੜ ਚੁੱਕੇ ਆ ਤੇ ਜੁੜ ਜਾਣੇ ਆ ਜੀ। ਜਿਸ ਤੇਜ਼ੀ ਦੇ ਨਾਲ ਸਾਡੇ ਨਾਲ ਵਿਸ਼ਵ ਸੂਫੀ ਸੰਤ ਸਮਾਜ ਨਾਲ ਡੇਰੇ ਜੁੜ ਰਹੇ ਹਨ। ਔਰ ਮੈਂ ਆਪਣੇ ਡੇਰੇਦਾਰਾਂ ਨੂੰ ਇਹੀ ਗੁਜ਼ਾਰਿਸ਼ ਕਰਦਾ ਹਾਂ ਕਿ ਵਿਸ਼ਵ ਸੂਫੀ ਸੰਤ ਸਮਾਜ ਦੇ ਝੰਡੇ ਔਰ ਏਜੰਡੇ ਥੱਲੇ ਆਣ ਕੇ ਆਪਣੀ ਸੇਵਾਦਾਰ ਨੂੰ ਸੇਵਾ ਕਰਨ ਦਾ ਮੌਕਾ ਦਿਓ ਤਾਂ ਕਿ ਅਸੀਂ ਜਿੰਨੇ ਵੀ ਸਾਡੇ ਪੰਜਾਬ ਦੇ ਡੇਰੇਦਾਰ ਹਨ ਉਹਨਾਂ ਤੇ ਆਈਆਂ ਮੁਸ਼ਕਲਾਂ ਦੀ ਅਸੀਂ ਹੱਲ ਕਰ ਸਕੀਏ। ਧੰਨਵਾਦ। ਔਰ ਨਾਲ ਦੀ ਨਾਲ ਸਾਡੇ ਜਿਹੜੇ ਦਰਬਾਰ ਤੇ ਅੱਜ ਮੀਟਿੰਗ ਹੋ ਰਹੀ ਆ, ਉਸ ਦਰਬਾਰ ਦੇ ਗੱਦੀ ਨਸ਼ੀਨ ਜਿਹੜੇ ਸੰਤ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਬਾਬਾ ਜੀ, ਜਿਹੜੇ ਇੱਥੇ ਅੱਜ ਫਕੀਰ ਪਹੁੰਚੇ ਨੇ ਜਾਂ ਜਿਹੜੇ ਆਪਾਂ ਨੂੰ ਲੋਕ ਦੇਖ ਰਹੇ ਆ, ਉਹਨਾਂ ਨੂੰ ਤੁਸੀਂ ਸੰਤਾਂ ਫਕੀਰਾਂ ਵਾਲੇ ਕੀ ਕਹਿਣਾ ਚਾਹੁੰਦੇ ਹੋ? ਕੀ ਉਹਨਾਂ ਨੂੰ ਗੱਲ ਆਪਣੀ ਐਜ਼ ਏ ਡੇਰੇਦਾਰ ਰੱਖਣੀ ਚਾਹੁੰਦੇ ਆ ਲੋਕਾਂ ਦੇ ਵਿੱਚ ਕਿ ਫਕੀਰਾਂ ਦਾ ਜਿਹੜਾ ਰੁਤਬਾ ਕੀ ਹੈ ਜੀ? ਦੇਖੋ, ਅਸੀਂ ਤਾਂ ਇੱਕ ਆਪਣਾ ਪਿਆਰ ਬਣਾਉਣਾ ਚਾਹੁੰਦੇ ਹਾਂ ਫਕੀਰਾਂ ਦੇ ਨਾਲ ਕਿ ਫਕੀਰ ਜਿਹੜੇ ਸਭ ਇੱਕ ਹੋ ਕੇ ਰਹਿਣ, ਕਿਉਂਕਿ ਜਿਹੜੇ ਇਹਨਾਂ ਦੇ ਦੁੱਖ ਤਕਲੀਫਾਂ ਆ ਹੁੰਦੀਆਂ ਆਈਆਂ, ਪਰ ਉਹਨਾਂ ਵਾਸਤੇ ਫਿਰ ਦੇਖੋ ਤੁਹਾਨੂੰ ਪਤਾ ਵੀ ਅੱਗੇ ਫਰਿਆਦਾਂ ਕਰਨੀਆਂ ਪੈਣੀਆਂ। ਹਾਂਜੀ, ਹੋਰ ਜੋ ਵੀ ਸਾਰੀ ਸੰਗਤ ਦੇ ਨਾਲ ਸਲਾਹ ਦੇ ਨਾਲ ਅਸੀਂ ਚੱਲਣਾ ਹੈਗਾ, ਜਿੱਦਾਂ ਵੀ ਕਹਿਣਗੇ ਉੱਦਾਂ ਅਸੀਂ ਇਹਨਾਂ ਦਾ ਮੰਨ ਕੇ ਤੁਰਨਾ। ਔਰ ਦੋਸਤੋ, ਬਹੁਤ ਹੀ ਜਿਹੜਾ ਵੱਡਾ ਪੱਧਰ ਸੀ ਅੱਜ ਦੀ ਇਸ ਮੀਟਿੰਗ ਦਾ ਔਰ ਬਹੁਤ ਸਾਰੇ ਜਿਹੜੇ ਵਿਸ਼ਵ ਸੂਫੀ ਸੰਤ ਸਮਾਜ ਦੇ ਜਿਹੜੇ ਫਕੀਰ ਪਹੁੰਚੇ ਨੇ, ਨੁਮਾਇੰਦੇ ਪਹੁੰਚੇ ਨੇ। ਔਰ ਮੈਂ ਸੁੱਖਾ ਬਸ਼ਰ ਤੁਹਾਨੂੰ ਇੱਕ ਸਾਰਿਆਂ ਨੂੰ ਅਪੀਲ ਜ਼ਰੂਰ ਕਰਨੀ ਚਾਹੂੰਗਾ ਕਿ ਇਸ ਸੰਗਠਨ ਦਾ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਸਮਰਥਨ ਕਰਨਾ ਚਾਹੀਦਾ। ਮਿਲਦੇ ਹਾਂ ਕਿਸੇ ਹੋਰ ਮਾਇਨਾਜ਼ ਪ੍ਰੋਗਰਾਮ ਦੇ ਨਾਲ, ਕਿਸੇ ਹੋਰ ਮਾਇਨਾਜ਼ ਸ਼ਖਸੀਅਤਾਂ ਦੇ ਨਾਲ। ਪੰਜਾਬ ਲਾਈਵ ਟੀਵੀ ਤੋਂ ਸੁੱਖਾ ਬਸ਼ਰ ਦੇ ਨਾਲ।